ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਕਿ ਬੇਟਾ ਤੁਹਾਨੂੰ ਪਤਾ ਹੀ ਹੈ, ਤੁਹਾਡੇ ਸਕੂਲ ਦੇ ਵਿੱਚ ਜਿਹੜੀਆਂ ਵਿਭਾਗ ਵੱਲੋਂ NAS ਦੀਆਂ ਬੁਕਲੈਟਸ ਨੇ ਉਹ ਪਹੁੰਚ ਚੁੱਕੀਆਂ। ਉਹ ਸਾਰੇ ਬੱਚਿਆਂ ਨੂੰ ਮਿਲ ਵੀ ਗਈਆਂ ਹੋਣਗੀਆਂ। ਸਾਰੇ ਅਧਿਆਪਕ ਸਾਥੀਆਂ ਨੂੰ ਰਿਕੁਐਸਟ ਹੈ, ਜੇ ਕਿਸੇ ਬੱਚੇ ਨੂੰ ਬੁਕਲੈਟ ਨਹੀਂ ਮਿਲੀ ਹੋਈ ਤਾਂ ਪਲੀਜ਼ ਉਹਨਾਂ ਨੂੰ ਡਿਸਟ੍ਰੀਬਿਊਟ ਜ਼ਰੂਰ ਕਰ ਦਿਓ। ਔਰ ਅੱਜ ਆਪਾਂ ਉਸੇ ਬੁਕਲੈਟ ਦਾ ਜਿਹੜਾ ਫਸਟ ਪੇਪਰ ਹੈ NAS ਸੈਂਪਲ ਪੇਪਰ 1 ਹੈ, ਉਸ ਦੇ ਜਿਹੜੇ ਪਹਿਲੇ 20 ਕੁਐਸਚਨ ਆਪਾਂ ਉਹਨਾਂ ਨੂੰ ਸੋਲਵ ਕਰਾਂਗੇ ਔਰ ਬਾਕੀ ਦੇ ਜਿਹੜੇ ਕੁਐਸਚਨ ਜੋ ਹੋਣਗੇ ਉਹਨੂੰ ਆਪਾਂ ਸੈਕੰਡ ਵੀਡੀਓ ਦੇ ਵਿੱਚ ਸੋਲਵ ਕਰਾਂਗੇ, ਤਾਂ ਕਿ ਆਪਾਂ ਹਰ ਇੱਕ ਕਨਸੈਪਟ ਨੂੰ ਬਰੀਕੀ ਨਾਲ ਸਿੱਖ ਸਕੀਏ। ਪਹਿਲਾ ਪ੍ਰਸ਼ਨ ਹੈ ਸਾਡਾ, ਦਿੱਤੇ ਚਿੱਤਰ ਵਿੱਚ AB ਅਤੇ CD ਦੋ H1 ਅਤੇ H2 ਉਚਾਈਆਂ ਦੇ ਟਾਵਰ ਹਨ। AB ਔਰ CD ਦੋ H1 ਅਤੇ H2 ਉਚਾਈਆਂ ਦੇ ਟਾਵਰ ਹਨ। OAC ਦਾ ਮੱਧ ਬਿੰਦੂ ਹੈ। AB ਅਤੇ CD 30 ਡਿਗਰੀ ਅਤੇ 60 ਡਿਗਰੀ ਦਾ ਕੋਣ ਬਿੰਦੂ O ਤੋਂ ਬਣਾਉਂਦੇ ਹਨ। ਤਾਂ H1 ਅਤੇ H2 ਦਾ ਅਨੁਪਾਤ ਹੈ ਜਿਹੜਾ ਉਹ ਅਸੀਂ ਫਾਈਂਡ ਆਊਟ ਕਰਨਾ ਹੈ। ਠੀਕ ਹੈ, ਚਲੋ ਡਾਇਗਰਾਮ ਤੋਂ ਆਪਾਂ ਇਸ ਕੁਐਸਚਨ ਨੂੰ ਕਰਦੇ ਹਾਂ। ਦੇਖੋ ਇਹ ਡਾਇਗਰਾਮ ਸਾਨੂੰ ਦਿੱਤਾ ਹੋਏਗਾ, ਸਾਈਡ ਤੇ ਬਣਿਆ ਹੋਇਆ। ਇਸ ਦੇ ਵਿੱਚ ਦੋ ਟਾਵਰ ਹੈ, ਇੱਕ AB ਔਰ ਇੱਕ CD। ਦੋਨਾਂ ਦੀਆਂ ਉਚਾਈਆਂ ਕਿੰਨੀਆਂ H1 ਔਰ H2। ਔਰ ਸਾਨੂੰ ਇਹ ਗੱਲ ਕਹੀ ਹੋਈ ਹੈ ਜਿਹੜਾ O ਪੁਆਇੰਟ ਹੈ ਉਹ AC ਦਾ ਕੀ ਹੈ, ਮਿਡ ਪੁਆਇੰਟ ਹੈ। ਇਹ ਸਾਰੀ ਸਾਈਡ ਜਿਹੜੀ ਭੁਜਾ ਹੈ ਸਾਡੇ ਕੋਲ AC, ਇਸ ਦਾ ਮੱਧ ਬਿੰਦੂ ਹੈ। ਇਸ ਕਰਕੇ ਜਿਹੜੇ ਦੋਨੋਂ ਭਾਗ ਹੋਣਗੇ ਆ ਵਾਲਾ AO ਔਰ OC, ਇਹ ਦੋਨੋਂ ਬਰਾਬਰ ਹੋਣਗੇ। ਮੰਨ ਲੈਂਦੇ ਜੇ ਇਹਦੀ ਲੰਬਾਈ ਸਾਡੇ ਕੋਲ X ਹੈ ਤਾਂ OC ਦੀ ਲੰਬਾਈ ਵੀ ਕਿੰਨੀ ਹੈ, ਸਾਡੇ ਕੋਲ X ਹੀ ਹੋਵੇਗੀ। ਹੁਣ ਦੇਖੋ ਇਹ ਸਾਡੇ ਕੋਲ ਜਿਹੜੀਆਂ ਦੋ ਟ੍ਰਾਇੰਗਲ ਨੇ, ਰਾਈਟ ਐਂਗਲ ਟ੍ਰਾਇੰਗਲ ਨੇ। ਸਾਨੂੰ ਪਤਾ ਹੈ ਜੇ ਅਸੀਂ ਲੰਬ ਬਟਾ ਕਰਨ ਕਰਦੇ ਹਾਂ, ਲੰਬ ਬਟਾ ਆਧਾਰ ਕਰਦੇ ਹਾਂ ਤਾਂ tan ਥੀਟਾ ਹੁੰਦਾ। ਕਿਵੇਂ? ਦੇਖੋ ਆ ਸਾਡੇ ਕੋਲ ਰਾਈਟ ਐਂਗਲ ਟ੍ਰਾਇੰਗਲ ਹੈ ABC। ਪਹਿਲਾਂ ਇਸ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਤਾਂ 90 ਦੇ ਕੋਣ ਦੇ ਸਾਹਮਣੇ ਜਿਹੜੀ ਭੁਜਾ ਹੁੰਦੀ ਹੈ ਬੇਟਾ ਉਹ ਕਰਨ ਹੁੰਦੀ ਹੈ, ਔਰ ਜਿਹੜੀ ਹੇਠਾਂ ਭੁਜਾ ਇਹ ਸਾਡੇ ਕੋਲ ਆਧਾਰ ਹੈ, ਔਰ ਇਹ ਸਾਡੇ ਕੋਲ ਜਿਹੜੀ ਕੋਣ ਦੇ ਸਾਹਮਣੇ ਭੁਜਾ ਹੁੰਦੀ ਹੈ ਉਹ ਕੀ ਹੁੰਦੀ ਹੈ, ਲੰਬ। ਜਿਵੇਂ 30 ਡਿਗਰੀ ਦੇ ਸਾਹਮਣੇ ਹੈ ਜਿਹੜੀ ਭੁਜਾ ਇਹ ਲੰਬ ਹੈ। ਪਹਿਲੀ ਟ੍ਰਾਇੰਗਲ ਦੇ ਵਿੱਚ ਦੇਖੋ, ਇਸ ਟ੍ਰਾਇੰਗਲ ਦੇ ਵਿੱਚ ਜੇ ਇੱਥੋਂ ਅਸੀਂ ਆਪਾਂ H1 ਵਟਾ X ਕਰ ਦਈਏ, ਲੰਬ ਵਟਾ ਆਧਾਰ ਕਰ ਦਈਏ, ਠੀਕ ਹੈ, ਤਾਂ ਉਹ ਬਣ ਗਿਆ ਸਾਡੇ ਕੋਲ tan 30 ਡਿਗਰੀ, tan 30 ਡਿਗਰੀ। ਔਰ tan 30 ਡਿਗਰੀ ਦੀ ਜਿਹੜੀ ਵੈਲਿਊ ਹੈ ਉਹ ਹੁੰਦੀ ਹੈ ਸਾਡੇ ਕੋਲ 1/√3। ਇਸੇ ਤਰ੍ਹਾਂ ਜੇ ਅਸੀਂ H2 ਵਟਾ X ਕਰਦੇ ਹਾਂ ਦੂਸਰੀ ਟ੍ਰਾਇੰਗਲ ਦੇ ਵਿੱਚ, ਇੱਧਰਲੀ ਸਾਈਡ ਇਸ ਟ੍ਰਾਇੰਗਲ ਦੀ ਗੱਲ ਕਰੀਏ H2 ਵਟਾ X, ਉੱਥੇ ਵੀ ਸਾਡੇ ਕੋਲ ਲੰਬ ਵਟਾ ਆਧਾਰ ਇਸੇ ਤਰ੍ਹਾਂ ਕੀ ਬਣੇਗਾ, tan 60 ਡਿਗਰੀ। ਕਿਉਂਕਿ ਉਸ ਟ੍ਰਾਇੰਗਲ ਦੇ ਵਿੱਚ ਜਿਹੜਾ ਐਂਗਲ ਹੈ ਦੇਖੋ ਕਿੰਨਾ ਹੈ, 60 ਡਿਗਰੀ ਦਾ। ਤਾਂ ਸਾਡੇ ਕੋਲ tan 60 ਦੀ ਜਿਹੜੀ ਵੈਲਿਊ ਹੁੰਦੀ ਹੈ √3। ਤਾਂ ਸਾਡੇ ਕੋਲ ਇੱਕ ਫਸਟ ਇਕੁਏਸ਼ਨ ਆ ਗਈ ਔਰ ਇੱਕ ਆ ਗਈ ਸਾਡੇ ਕੋਲ ਸੈਕੰਡ ਇਕੁਏਸ਼ਨ। ਜੇ ਅਸੀਂ ਦੋਨਾਂ ਨੂੰ ਡਿਵਾਈਡ ਕਰ ਦਈਏ, ਡਿਵਾਈਡ ਕਰਦੇ ਹਾਂ ਅਸੀਂ H1 ਵਟਾ X ਨੂੰ ਜੇ ਡਿਵਾਈਡ ਕਰਾਂਗੇ ਅਸੀਂ H2 ਵਟਾ X ਤੇ, ਦੋਨੋਂ ਸਾਈਡ ਅਸੀਂ ਡਿਵਾਈਡ ਕਰਤਾ ਦੋਨੋਂ ਇਕੁਏਸ਼ਨ ਨੂੰ। H1 ਵਟਾ X ਜਿਹੜੀ ਵੈਲਿਊ ਹੈ ਉਹ H2 ਵਟਾ X ਤੇ ਡਿਵਾਈਡ ਹੋ ਗਈ, ਔਰ ਜਿਹੜੀ 1/√3 ਵੈਲਿਊ ਸੀ ਉਹ ਕਿਸ ਨਾਲ ਡਿਵਾਈਡ ਹੋ ਜੂਗੀ, √3 ਨਾਲ। ਮੰਨ ਲਓ ਇਹਦੇ ਡਿਵਾਈਡ ਬਾਈ 1 ਹੈ, ਠੀਕ ਹੈ, ਇਹਨੂੰ ਅਸੀਂ ਐਂ ਲਿਖ ਸਕਦੇ ਹਾਂ। ਤਾਂ X ਨਾਲ ਦੇਖੋ X ਕੀ ਹੋ ਗਿਆ, ਕੈਂਸਲ, ਔਰ ਇਹ ਆ ਗਿਆ ਸਾਡੇ ਕੋਲ H1 ਵਟਾ H2 ਇਕੁਅਲ ਟੂ ਕੀ ਆ ਗਿਆ ਸਾਡੇ ਕੋਲ, ਇਹ ਸਾਡੇ ਕੋਲ 1/√3। ਆ ਜਿਹੜੀ ਹੇਠਾਂ ਵੈਲਿਊ ਹੈ ਰਕਮ ਉਲਟ ਕੇ ਬੇਟਾ ਗੁਣਾ ਹੋ ਜਾਂਦੀ ਹੁੰਦੀ ਹੈ, ਇਹੋ ਜੋ 1/√3। ਤਾਂ ਇਹ ਸਾਡੇ ਕੋਲ ਬਣ ਗਿਆ 1/√3 ਦੀ √3 ਨਾਲ ਮਲਟੀਪਲਾਈ ਕਰਾਂਗੇ ਤਾਂ ਰੂਟ ਹੈ ਜਿਹੜਾ ਉਹ ਖਤਮ ਹੋ ਜਾਏਗਾ। ਇਹ ਜਗ੍ਹਾ 1/3 ਯਾਨੀ 1:3। ਜਿਹੜਾ ਅਨੁਪਾਤ ਹੈ ਉਹ ਕਿੰਨਾ ਆ ਗਿਆ, 1:3 ਆ ਗਿਆ। ਤਾਂ ਸਾਡਾ ਜਿਹੜਾ ਰਾਈਟ ਆਨਸਰ ਹੈ ਉਹ 1:3 ਹੈ ਪਹਿਲੇ ਕੁਐਸਚਨ ਦਾ। ਇਸ ਤਰੀਕੇ ਨਾਲ ਬੇਟਾ ਇਸ ਕੁਐਸਚਨ ਨੂੰ ਸੋਲਵ ਕਰਨਾ ਸੀ। ਤਾਂ ਇਸ ਨੂੰ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰ ਸਕਦੇ ਹੋ, ਵੀਡੀਓ ਨੂੰ ਰੋਕ ਕੇ। ਚਲੋ ਇਹਨੂੰ ਆਪਾਂ ਕੁਐਸਚਨ ਨੂੰ ਸੋਲਵ ਕਰ ਲਿਆ, ਫਸਟ ਕੁਐਸਚਨ ਨੂੰ। ਹੁਣ ਆਪਾਂ ਕਰਦੇ ਹਾਂ ਸੈਕੰਡ ਕੁਐਸਚਨ। ਸੈਕੰਡ ਕੁਐਸਚਨ ਦੇ ਵਿੱਚ ਕੀ ਹੈ, ਦੋ ਘਾਤੀ ਸਮੀਕਰਨ ਸਾਨੂੰ ਦਿੱਤੀ ਹੋਈ ਹੈ, ਇਸ ਦੇ ਮੂਲ ਹੈ ਜਿਹੜੇ ਉਹ ਪਤਾ ਕਰਨੇ। ਦੋ ਮੈਥਡ ਨਾਲ ਬੇਟਾ ਇਹ ਕੁਐਸਚਨ ਨੂੰ ਕਰ ਸਕਦੇ ਹਾਂ। ਇੱਕ ਤਾਂ ਹੈਗਾ ਅਸੀਂ ਵੈਲਿਊ ਪੁੱਟ ਕਰਕੇ ਵੀ ਚੈੱਕ ਕਰ ਸਕਦੇ ਹਾਂ ਕਿਹੜੇ ਸਾਡੇ ਦੋ ਘਾਤੀ ਸਮੀਕਰਨ ਦੇ ਮੂਲ ਹੈਗੇ ਹੈ ਔਰ ਕਿਹੜੇ ਨਹੀਂ ਹੈਗੇ। ਤਾਂ ਇੱਕ ਅਸੀਂ ਜਿਹੜਾ ਆਪਣਾ ਟ੍ਰੈਡੀਸ਼ਨਲ ਮੈਥਡ ਹੈ ਗੁਣਨਖੰਡ ਨਾਲ ਅਸੀਂ ਜਿਵੇਂ ਕਰਦੇ ਹੁੰਦੇ ਹਾਂ, ਪਹਿਲਾਂ ਆਪਾਂ ਉਹੀ ਮੈਥਡ ਨਾਲ ਕਰਦੇ ਹਾਂ ਗੁਣਨਖੰਡ ਨਾਲ। ਤਾਂ x² - 2x - 35 ਇਕੁਅਲ ਟੂ ਕੀ ਹੈ ਸਾਡੇ ਕੋਲੇ 0। ਇਹ ਸਾਡੀ ਇਕੁਏਸ਼ਨ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਗੁਣਨਖੰਡ ਇਸ ਤਰ੍ਹਾਂ ਦੀ ਗੱਲ ਕਰਨੀ ਹੈ ਵੀ ਸਾਡੀ ਜਿਹੜੀ ਗੁਣਾ ਉਹ 35 ਬਣੇ ਮਾਈਨਸ ਦਾ, ਔਰ ਜਿਹੜਾ ਜੋੜ ਹੈ ਸਾਡਾ ਕਿੰਨਾ ਬਣੇ -2x ਦਾ। ਇਹਦੇ ਜਿਹੜੇ ਗੁਣਨਖੰਡ ਕੀ ਬਣਨਗੇ, 7 5 35 ਯਾਨੀ ਮਾਈਨਸ ਦਾ 7x ਪਲੱਸ ਦਾ 5x। ਜਦੋਂ 7 ਚੋਂ 5 ਘਟਾਵਾਂਗੇ ਅਸੀਂ ਮਾਈਨਸ ਦਾ 2x ਬਚ ਰਿਹਾ, ਦੇਖੋ ਮਾਈਨਸ ਦੇ 7 ਹੈ ਪਲੱਸ ਦੇ 5 ਹੈ, ਔਰ ਗੁਣਾ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆ ਰਿਹਾ -35। ਤਾਂ ਇਹ ਸਾਡੇ ਇਹਦੇ ਗੁਣਨਖੰਡ ਬਣਨਗੇ। ਅਸੀਂ ਇੱਥੋਂ x ਸਾਂਝਾ ਕੱਢ ਲਾਂਗੇ, ਇੱਥੇ ਰਹਿ ਜਾਏਗਾ x - 7, ਔਰ ਫਿਰ ਇੱਥੋਂ ਅਸੀਂ +5 ਸਾਂਝਾ ਕੱਢਾਂਗੇ, ਇੱਥੇ ਸਾਡੇ ਕੋਲ ਰਹਿ ਗਿਆ x - 7 ਬਰਾਬਰ 0। ਹੁਣ ਅਸੀਂ x - 7 ਸਾਂਝਾ ਕੱਢ ਲਾਂਗੇ ਇੱਥੋਂ, ਤਾਂ ਇੱਥੇ ਸਾਡੇ ਕੋਲ ਕੀ ਬਚੇਗਾ x, ਔਰ ਅੱਗੇ ਜਦੋਂ ਇੱਥੋਂ x - 7 ਸਾਂਝਾ ਕੱਢ ਲਿਆ ਇੱਥੇ ਰਹਿ ਗਿਆ 5 ਬਰਾਬਰ 0। ਜਦੋਂ ਪਹਿਲੇ ਗੁਣਨਖੰਡ ਨੂੰ ਅਸੀਂ 0 ਦੇ ਬਰਾਬਰ ਰੱਖਦੇ ਹਾਂ x - 7 ਨੂੰ, ਤਾਂ x ਦੀ ਵੈਲਿਊ ਆ ਗਈ ਸਾਡੇ ਕੋਲ 7, ਔਰ ਜਦੋਂ ਅਸੀਂ ਦੂਸਰੇ ਗੁਣਨਖੰਡ ਨੂੰ 0 ਦੇ ਬਰਾਬਰ ਰੱਖਦੇ ਹਾਂ ਤਾਂ ਸਾਡੇ ਕੋਲ x ਦੀ ਵੈਲਿਊ ਆ ਗਈ -5। ਤਾਂ ਇਹ ਸਾਡਾ ਗੁਣਨਖੰਡ ਵਿਧੀ ਸੀ ਜਿਹਦੇ ਨਾਲ ਅਸੀਂ ਪਹਿਲਾਂ ਵੀ ਇਹ ਕੁਐਸਚਨ ਨੂੰ ਬੇਟਾ ਸੋਲਵ ਕਰਦੇ ਹੁੰਦੇ। ਤਾਂ ਸੈਕੰਡ ਆਪਸ਼ਨ ਸਾਡਾ ਰਾਈਟ ਆਨਸਰ ਹੈ। ਔਰ ਦੂਸਰਾ ਮੈਥਡ ਇੱਕ ਜਿਹੜਾ ਤੁਹਾਨੂੰ ਹੋਰ ਦੱਸਦੇ ਹਾਂ ਉਹ ਕੀ ਹੈ, ਜੇ ਅਸੀਂ ਗੁਣਨਖੰਡ ਨਾ ਬਣਾਉਣੇ ਹੋਣ ਤਾਂ ਫਿਰ ਅਸੀਂ ਕੁਐਸਚਨ ਨੂੰ ਕਿਵੇਂ ਕਰਾਂਗੇ। ਦੇਖੋ ਸਾਡੇ ਕੋਲ ਜਿਹੜੀ ਇਕੁਏਸ਼ਨ ਹੈ ਉਸ ਨੂੰ ਪਹਿਲਾਂ ਅਸੀਂ ਲਿਖ ਲਿਆ। ਸਾਡੇ ਕੋਲ ਜਿਹੜੀ ਇਕੁਏਸ਼ਨ ਸੀਗੀ ਉਹ ਸੀਗੀ x² - 2x
-35 x ਸਕੁਏਅਰ -2x -35 इक्वल टू 0। पहले आंसर ਦੇ ਵਿੱਚ ਦੇਖੋ ਤੁਸੀਂ कोई एक वैल्यू ਚੱਕ ਲਓ, ਮੰਨ ਲਓ 5 है, ਅਸੀਂ 5 ਭਰ ਕੇ ਦੇਖਦੇ ਹਾਂ। 5 ਸਕੁਏਅਰ -2 फिर 5 फिर -35 इक्वल टू 0। x ਦੀ वैल्यू 5 पुट करती मैं, ਇੱਥੇ ਆ ਦੇਖੋ 5 ਦਾ ਸਕੁਏਅਰ 25 -10 -35 ਇਹਨੂੰ ਸੋਲਵ ਕਰ ਲਿਆ। 5 ਦਾ ਸਕੁਏਅਰ ਕਰਤਾ, 2 ਦੀ 5 ਨਾਲ ਮਲਟੀਪਲਾਈ ਕਰਤੀ -35। ਇਹ ਸਾਡੇ ਕੋਲ 25 ਮਾਈਨਸ और इन्होंने ऐड करांगे सी बन गया साढ़े को -45 और इधर वैल्यू साढ़े को जी है 0 नहीं बन रही। तो दोनों लैफ्ट हैंड साइड और राइट हैंड साइड बराबर नहीं आ रही, यानी खब्बा पासा और सज्जा पासा दोनों बराबर नहीं हैगी, यानी साडा ये आंसर नहीं हैगा। तो जिन्ना ऑप्शन के 5 होगा, फोर्थ ऑप्शन के भी है, ये साडा आंसर नहीं हैगा। हुण आपां अगला जिहड़ा ऑप्शन है 7 उसनूं चैक करते हैं। तो देखो 7 स्केयर -2 × 7 -35 इक्वल टू 0। हुण जिहड़ा 7 है असीं ओह पुट करके देखिया, दो साडे आंसर चले गए। पहली क्वेश्चन के हुण दोबारा फिर आपां एक्स की वैल्यू कितनी पुट करती, 7 पुट करती। तो ये साडे कोल 7 का स्केयर करांगे आ जाओ 49, 7 की 2 नाल मल्टीप्लाई करांगे आ जाओ साडे कोल 14 -35 इक्वल टू 0। तो ये साडे कोल तुसीं देखो 49 ये हो गया और 49 ये हो गया है ना, 49 - 49 49 - 49 कितना बन गया साडे कोल 0। तो 0 बराबर 0 आ रहा था, ये साडा आंसर हो सकता है। ठीक है, उस तो बाद -5 है, इनू होर चैक कर लो एक बार। -5 नूं असीं चैक करते हैं जी, वैल्यू पुट करके देखते हैं। देखो -5 का स्केयर पहला और फिर x की जगह पे आप इसी वैल्यू पुट करी -5 -35 इक्वल टू 0। तो ये साढ़े को 25 आ गया और माइनस तो माइनस की हो गया प्लस, माइनस और माइनस कितना हो गया साढ़े को प्लस हो गया, 5 दूनी 10 -35। तो वही साढ़े को देखो 35 चो 35 माइनस किया 0 बराबर 0 आ गया। तो असीं इस तरीके नाल भी इस क्वेश्चन में बेटा कर सकते सी। इस दे नाल सानूं वैल्यू पुट करके देखनी पऊगी, चैक करना पऊगा भी किहड़ा साडा आंसर हो सकदा है। तो दोनों ऑप्शन सी जिहड़े सैकेंड ऑप्शन के जिहड़े दोनों ऑप्शन सी वो साडी इक्वेशन सैटिस्फाई कर रहे सी। तो ये साडा आंसर है। तो इस तरीके नाल भी असीं इस क्वेश्चन नूं कर सकते हैं। दोनों मैथड बेटा मैं तुहानूं समझाते। चलो नैक्सट क्वेश्चन देखते हैं आपां। दिता होया लेख बहुपद PX का है, PX के सिफरां की गिनती कितनी है। तो ये तुहानूं मैं बेटा दसदा, जदों साडे कोले ये साडे कोले Y तुरा हुंदा है, ये साडे कोले X तुरा हुंदा। ठीक है, जदों भी किसी बहुपद का ग्राफ जिन्ने बार X तुरे नूं कटेगा, Y तुरे नाल कोई मतलब नहीं, जिन्ने बार X तुरे नूं कटेगा जां टच करेगा। देखो इत्थे कितने बार कर 1 2 3 4 5 6 7, ऐसे 7 सिफरां हो गई। जिन्ने बार X तुरे नूं कटेगा, ठीक है, तो उन्नियां सिफरां उस बहुपद दियां हुंदियां। हुण साडे कोले जिहड़ा डायग्राम सी, हुण असीं उस ते चलदे हां। क्वेश्चन दे विच साडे कोल जिहड़ा ग्राफ है आ रहा बहुपद दा, ये X तुरे नूं एक बार भी नहीं कटदा, बहुपद Y तुरे नूं कट रहा है। पर मैं तुहानूं दस्सिआ साडा जिहड़ा ग्राफ है वो किहड़े तुरे नूं कटना चाहिए, किहड़ी एक्सिस नूं कटना चाहिए, X एक्सिस नूं। तो X तुरे नूं तां वो कट ही नहीं दिया किते भी। तो इस करके इस बहुपद की कोई भी सिफर नहीं हैगी। इत्थे सिफरां की गिनती की होगी 0 होगी। तो साडा जिहड़ा राइट आंसर है वो की है 0। तो ये साडा राइट आंसर सी। ठीक है, चलो नैक्सट क्वेश्चन। नैक्सट साडे कोले क्वेश्चन देखो की है, जेकर समभुज त्रिभुज का खेत्रफल 16 वर्गमूल 3 वर्ग सेंटीमीटर है तो त्रिभुज का परिमाप की होगा। किहड़ी त्रिभुज की गल हुई है बेटा, पहला ये देखो समभुज त्रिभुज की गल हुई है ना। तो समभुज त्रिभुज का खेत्रफल का तुहाडे फार्मूला याद होना चाहिए। देखो दा खेत्रफल सानूं दिता होया, पहली गल उस त्रिभुज का जिहड़ा खेत्रफल है वो एरिया है सानूं वो दिता होया 16 वर्गमूल 3 स्केयर सेंटीमीटर। ठीक है, वर्ग सेंटीमीटर ये सानूं दिता होया। और समभुज त्रिभुज के खेत्रफल का जिहड़ा फार्मूला हुंदा वर्गमूल 3/4 भुजा का स्केयर यानी ए स्केयर। ये की है उस त्रिभुज की भुजा जिहड़ी साडे कोले समभुजी त्रिभुज सी जिहदियां सारियां भुजावां बराबर हुंदियां। उस त्रिभुज का बेटा खेत्रफल जे असीं कढना होवे तो उसका जिहड़ा फार्मूला हुंदा वर्गमूल 3/4 साइड का स्केयर, मान लो दी साइड की है ए है, तो ये फार्मूला हुंदा। तो इनू बराबर रख देंगे असीं इसदे, क्योंकि खेत्रफल सानूं दिता होया। √3 ना √3 की हो गया कैंसल हो गया, और ए स्केयर की वैल्यू कितनी हो जाएगी 4 की उधर की हो जाएगी मल्टीप्लाई, 16 की 4 ना गुणा की कितना आ गया 16 चौके 64, और ए स्केयर की वैल्यू कितनी आ गई 64 यानी 64 आ गई। 64 किसका स्केयर होंदा 8 का होंदा, 8 का वर्ग होंदा ये। तो ए का जिहड़ा वर्ग है वो कादे बराबर हो गया 8 के वर्ग के बराबर, स्केयर नाल स्केयर कट्टिया गया, ए की वैल्यू कितनी आ गई 8 आ गई। यानी सानूं पता चल गया उस त्रिभुज की जिहड़ी भुजा है वो कितनी है 8 सेंटीमीटर है। और सानूं पुछा होया परिमाप पैरीमीटर, और परिमाप का जिहड़ा फार्मूला हुंदा है किसी भी त्रिभुज का वो 3 गुणा सारियां भुजावां दा जोड़ हुंदा। इत्थे जिहड़ी भुजा सी वो कितनी सी ए सी, तो 3 गुणा असीं 8 करांगे, 3 भुजावां ओहदियां 8 सेंटीमीटर दियां, 3 बार 8 नूं जोड़ दांगे, इक्को ही गल है, चाहे 3 नाल गुणा कर दो। ठीक है, तो कितना आ गया 8 दिया 24 सेंटीमीटर। तो देखो 24 सेंटीमीटर थर्ड ऑप्शन दे विच है। तो ये साडा की सीगा राइट आंसर। सब तो पहला असीं खेत्रफल जिहड़ा दिता होया उसनूं फार्मूले दे बराबर रखना है, उत्थों साडे कोले भुजा दी वैल्यू आ गई, और सानूं त्रिभुज दा परिमाप यानी घेरा पुछया होया, पैरीमीटर पुछया होया। तो इस दे नाल असीं की करांगे 3 भुजावां नूं जोड़ दांगे जां 3 बार उसदां दी गुणा कर दांगे। ठीक है, तो ये साडे कोले की आ गया आंसर आ गया। चलो नैक्सट क्वेश्चन है, एक सानूं वैल्यू दी हुई है
उसका असीं मुੱਲ दसना कितना होगा। तो इस दे लई एक छोटा जिहा फार्मूला बेटा तुसीं याद रखना है, तुहानूं एक दो फार्मूले है उन्होंने रिमैंबर कर लो, उहदे नाल इस तरह के क्वेश्चन आसानी नाल हो जाते हैं। चलो पहला फार्मूले की गल करते हैं, किहड़ा फार्मूला है। ठीक है, देखो जे सानू 1 तो लैके 1 + 2 + 3 + अप टू n तक n पहलियां n प्रकृतिक संख्यावां यानी कुदरती अंक जिहड़े नैचुरल नंबर है उन्हां दा जे असीं सम पता करना होवे, जोड़ पता करना होवे, तां उसका जिहड़ा फार्मूला वो हुंदा n × n + 1/2। और जे किते तुहानूं बेटा स्केयर का सम फाइंड आउट करना पै जे 1 स्केयर 2 स्केयर 3 स्केयर एंड सो ऑन n स्केयर तक, जे तो कल्ले ही होने सिर्फ 1 2 3 का सम फाइंड आउट करना है n तक, तो उसका फार्मूला की सी n × n + 1/2। मान लो क्वेश्चन है साडे कोले 1 तो लैके असीं 100 तक का जोड़ लगातार पता करना है, 1 तो लैके 100 तक का असीं जोड़ पता करना है, तो फार्मूला की होगा n की जगह 100 भर दो, 100 × 100 + 1/2, ये कट्टिया जाऊगा 50 ते, ये आ गया 50 × 101, तो आसानी नाल ही हो गया क्वेश्चन, तो 5050 साडा आंसर आ गया। ठीक है, तो इस तरीके नाल ये फार्मूला जिहड़े यूज किए जाते हैं। वैसे फार्मूला रिमैंबर रखना तुसीं। हुण जे तुसीं स्केयर का सम फाइंड आउट करना है, पहले तो सिंपल सी 1 2 3 n का सम फाइंड आउट किया फार्मूले नाल। जे स्केयर वाला कोई क्वेश्चन आता है तो उसका जो सम असीं फाइंड आउट करना उसका फार्मूला होंदा n × n + 1, पहला तो सेम ही है n × n + 1 × 2n + 1/6, ये फार्मूला होंदा इहदा जे स्केयर का सम फाइंड आउट करना हो। और जे क्यूब का सम फाइंड आउट करना है 1 क्यूब 2 क्यूब 3 क्यूब अप टू n क्यूब तक, तो उसका सम फाइंड आउट करने का मैथड है जो फर्स्ट फार्मूला सी n × n + 1 वाला साडा, उसका असीं स्केयर कर देना होंदा n × n + 1/2, उसका की करना होंदा स्केयर। तीन फार्मूले है, कई बार इन्हां नाल रिलेटेड साडे कोल क्वेश्चन पूछा जाता है, इनू बेटा तुसीं नोट कर लो। हुण आपां चलदे हां दे क्वेश्चन ते, जिहड़ा क्वेश्चन दे विच असीं फार्मूला यूज करना है। ठीक है, सानूं इसकी वैल्यू फाइंड आउट करनी सी, तो आ देखो 1 तो लैके n तक का सम है, 1 तो लैके n तक का की आ वैल्यू है जी उसका सम है, तो यदा फार्मूला साडे याद है। तो क्वेश्चन असीं सॉल्व करते हैं, देखो 3n सी -2/n, और ये जी वैल्यू मैं राउंड की है, देखो यदा जो फार्मूला होंगे साडे कोले, मैं हुणे लिखवाया सी n × n + 1/2। 2 नाल 2 की हो गया कैंसल हो गया, n नाल n की हो गया कैंसल हो गया, और की बच गया साडे कोल 3n - n। जो असीं माइनस करांगे, देखो माइनस का साइन है तो n माइनस का हो जाएगा, 1 भी का हो जाएगा माइनस का, और 3n चो n माइनस किया, की बच गया 2n और -1। तो ये साडा आंसर है, देखो थर्ड ऑप्शन दे विच है, तो ये साडा की है राइट आंसर। अगला जिहड़ा क्वेश्चन है साडे कोले 80 विद्यार्थियों द्वारा प्राप्त अंक हेठां दिते हैं, मध्यका वर्ग की होवेगा। तो मध्यका वर्ग पता करने तो पहला देखो साडे कोले वर्ग दिते हुए 0 तो 10, 10 तो 20, 20 तो 30, 30 तो 40, और नंबर ऑफ स्टूडेंट्स दिता हुआ जिसनों असीं F कहने हुंदे बारंबारता। और एक असीं जो मध्यका बेटा फाइंड आउट करते हैं, एक नवां असीं कॉलम बनाउने हुंदे हैं, तुहाडे याद होवे CF का कम्यूलेटिव फ्रीक्वेंसी, जिन्हों असीं कहने हैं संचयी बारंबारता। ये तुहाडे याद होगा जो असीं क्वेश्चन जिन्हों कीता सी मध्यका वालिਆਂ ਨੂੰ, उदों इस असीं कॉलम का निर्माण करते हुंदे बनाउने हुंदे आपदे बनियो कम्यूलेटिव फ्रीक्वेंसी का। और जिहड़े बच्चे ने मध्यका वाले क्वेश्चन नहीं किए हुए, जिहड़े स्टूडेंट्स ने, वो पहला वीडियो चैनल के उपर अपलोड की हुई है, उसनूं तुसीं वेख सकते हो। देखो पहला जिहड़ा साडे कोले पहली बारंबारता हुंदी है, उसनूं असीं एज इट इज लिखना हुंदा, जिहड़ी 3 है 3 का 3 की रह जाएगा, वो 3 रह जाएगा। उस दे विच की आ 9 है, अगे ऐड करते जाना, 3 च 9 ऐड किया कितना हो गया 12, फिर 12 दे विच कितना ऐड कर देंगे असीं 15, कितना हो गया 27। अगे इस तरह असीं ऐड करते जाना, जोड़ते जाना है, जिवें पहला 3 का 3 लिख लिया, 3 दे विच फिर 9 जोड़िया 12 हो गया, 12 दे विच असीं 15 जोड़िया, फिर कितना हो गया 27, 27 दे विच फिर असीं 30 जोड़ देंगे, तो ये साडे कोल हो गया 57 57, और फिर इस दे विच असीं 18 जोड़ देंगे, ये साडे कोल जो 75 75, और फिर इस दे विच असीं 5 ऐड कर देंगे, कितना आ गया 80। तो जिन्ना साडे कोले सम सीगा, देखो जिन्ना साडे कोले सम सीगा उन्ने ही स्टूडेंट बनते होंगे, वो ये साडे कोले n की वैल्यू होंदी है, जिहड़ा इन्हां सारिਆਂ का सम होंदा 80, ये साडे कोले n होंदा, n की वैल्यू कितनी 80, और असीं की करना होंदा हैगा इसका हाफ करना है n/2, तो 80/2 कितना आ गया 40, 40 की वैल्यू आ गई n/2 की 40। हुण देखो इधर जी संचवी बारंबारता है, उस दे विच असीं देखना है 40 कित्थे फिट बैठता है। देखो 40 जिहड़ा 27 तो वड्डा है और 57 तो छोटा है, इन्हां दोनों के विचाले होना चाहिए इत्थे। ठीक है, जिहड़ा 40 है वो 27 तो की हैगा वड्डा है और 57 तो की है छोटा है। तो यह जे असीं संचवी बारंबारता दो देखनी है कम्यूलेटिव फ्रीक्वेंसी वाले कॉलम के विच, जिथे जिहड़ा 40 है, जिहड़ा n/2 है, वो उन्हां दे विचकार होना चाहिए, जो 27 तो वड्डा ते 57 तो की हुंदा छोटा हुंदा है, तो इत्थे होऊगा। ठीक है, इन्हां दे विचकार। इस तो जिहड़ी अगली वैल्यू है, अगली संचवी बारंबारता जिहड़ी जो विचकार आ गई वैल्यू, इत्थे वड्डी जिहड़ी अपने कोले वैल्यू 57 है संचवी बारंबारता, उसके सामने वाला जिहड़ा वर्ग हुंदा है वो साडा हुंदा मध्यका वर्ग। तो वो साडा की हुंदा मध्यका वर्ग। इस तरह जो तुहानूं बेटा बॉलक वर्ग का क्वेश्चन आता है
ਤਾਂ ਉਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਵਾਰੰਵਾਰਤਾ ਹੁੰਦੀ ਹੈ ਉਸ ਦੇ ਸਾਹਮਣੇ ਦਾ ਜਿਹੜਾ ਵਰਗ ਹੁੰਦਾ ਉਸ ਨੂੰ ਅਸੀਂ ਕਹਿੰਦੇ ਹੁੰਦੇ ਹਾਂ ਵੋਲਕ ਵਰਗ। ਤਾਂ ਮੱਧਿਕਾ ਦੇ ਵਿੱਚ ਕੀ ਕਰਨਾ ਹੁੰਦਾ ਹੈ, ਸਭ ਤੋਂ ਪਹਿਲਾਂ ਕਮੂਲੇਟਿਵ ਫ੍ਰੀਕੁਐਂਸੀ ਫਾਈਂਡ ਆਊਟ ਕਰਨੀ ਹੈ। ਉਸ ਦੇ ਵਿੱਚ ਫਿਰ ਅਸੀਂ n/2 ਦੀ ਜਿਹੜੀ ਵੈਲਿਊ ਹੈ ਉਹ ਦੇਖਣੀ ਹੈ ਕਿਹੜੀ ਦੋ ਟਰਮ ਜਾਂ ਜਿਨ੍ਹਾਂ ਦੇ ਵਿੱਚ ਉਹ ਆਉਂਦੀ ਹੈ। ਦੇਖੋ 27 ਤੋਂ ਵੱਡੀ 57 ਤੋਂ ਛੋਟੀ ਜਿਹੜੀ ਵੱਡੀ ਵਾਰੰਵਾਰਤਾ ਹੈ ਸੀ ਕਮੂਲੇਟਿਵ ਫ੍ਰੀਕੁਐਂਸੀ ਸੀ, ਉਸ ਦੇ ਸਾਹਮਣੇ ਵਾਲਾ ਜਿਹੜਾ ਵਰਗ ਹੋਊਗਾ ਉਹ ਸਾਡਾ ਕੀ ਹੋਊਗਾ, ਮੱਧਿਕਾ ਵਰਗ ਹੋਊਗਾ। ਤਾਂ ਇਸ ਦਾ ਜਿਹੜਾ ਆਨਸਰ ਸੀ ਉਹ ਕੀ ਸੀਗਾ 30 ਤੋਂ 40। ਇਹ ਇਹਦਾ ਰਾਈਟ ਆਨਸਰ ਸੀ। ਚਲੋ ਅਗਲਾ ਕੁਐਸਚਨ ਦੇਖਦੇ ਹਾਂ ਹੁਣ ਆਪਾਂ। ਅਗਲਾ ਜਿਹੜਾ ਸਾਡਾ ਕੁਐਸਚਨ ਹੈ ਦੇਖੋ 4 ਸੈਂਟੀਮੀਟਰ ਅਰਧ ਵਿਆਸ ਵਾਲੇ ਚੱਕਰ ਦਾ ਖੰਡ AOB ਕੇਂਦਰ ਤੇ 45 ਡਿਗਰੀ ਦਾ ਕੋਣ ਬਣਾਉਂਦਾ ਹੈ, ਖੰਡ ਦਾ ਖੇਤਰਫਲ ਕੀ ਹੋਵੇਗਾ। ਯਾਨੀ ਇੱਕ ਸੈਕਟਰ ਹੈਗਾ AOB ਅਰਧ ਵਿਆਸੀ ਖੰਡ ਜਿਹਨੂੰ ਅਸੀਂ ਕਹਿੰਦੇ ਆ, ਉਸ ਦੇ ਵਿੱਚ ਅਰਧ ਵਿਆਸ 4 ਸੈਂਟੀਮੀਟਰ ਹੈ ਔਰ ਜਿਹੜਾ ਐਂਗਲ ਬਣ ਰਿਹਾ ਉਹ ਕਿੰਨਾ ਬਣ ਰਿਹਾ 45 ਡਿਗਰੀ ਦਾ, ਔਰ ਅਸੀਂ ਅਰਧ ਵਿਆਸੀ ਖੰਡ ਦਾ ਜਿਹੜਾ ਖੇਤਰਫਲ ਹੈ ਉਹ ਅਸੀਂ ਫਾਈਂਡ ਆਊਟ ਕਰਨਾ ਹੈ। ਤਾਂ ਇੱਕ ਥੋੜਾ ਜਿਹਾ ਡਾਇਗਰਾਮ ਨਾਲ ਮੈਂ ਤੁਹਾਨੂੰ ਦੱਸਦਾ ਬੇਟਾ ਇਹ ਕਿਵੇਂ ਕੁਐਸਚਨ ਨੂੰ ਕਰਨਾ ਆਪਾਂ। ਮੰਨ ਲਓ ਇੱਕ ਸਾਡੇ ਕੋਲ ਦੇਖੋ ਬੇਟਾ ਸਰਕਲ ਹੈ, ਉਸ ਦੇ ਵਿੱਚ ਕੀ ਦਿੱਤਾ ਹੋਇਆ O ਦਾ ਸੈਂਟਰ ਹੈ, ਠੀਕ ਹੈ। ਉਸ ਦੇ ਵਿੱਚ ਇੱਕ ਅਰਧ ਵਿਆਸੀ ਖੰਡ ਹੈ ਇਸ ਤਰੀਕੇ ਨਾਲ, ਇਹ ਸਾਡੇ ਕੋਲ ਅਰਧ ਵਿਆਸੀ ਖੰਡ ਬਣ ਗਿਆ। ਆ ਸਾਰਾ ਏਰੀਆ ਜਿਹੜਾ ਇਹਦੇ ਅੰਡਰ ਹੈ ਇਹ ਅਰਧ ਵਿਆਸੀ ਖੰਡ ਹੈ। ਇਹਦਾ ਜਿਹੜਾ ਅਰਧ ਵਿਆਸ ਆ ਉਹ ਸਾਡੇ ਕੋਲ ਚੱਕਰ ਦਾ 4 ਸੈਂਟੀਮੀਟਰ ਹੈ ਔਰ ਜਿਹੜਾ ਐਂਗਲ ਬਣ ਰਿਹਾ ਸੈਂਟਰ ਦੇ ਉੱਪਰ ਕੇਂਦਰ ਦੇ ਉੱਪਰ AOB ਦੇ ਵਿੱਚ ਇਹ ਸਾਡੇ ਕੋਲੇ ਕੋਣ ਬਣ ਰਿਹਾ 45 ਡਿਗਰੀ ਦਾ, ਠੀਕ ਹੈ। ਤਾਂ ਅਸੀਂ ਏਰੀਆ ਫਾਈਂਡ ਆਊਟ ਕਰਨਾ, ਤਾਂ ਇਹਦਾ ਮੈਂ ਤੁਸੀਂ ਫਾਰਮੂਲੇ ਯਾਦ ਰੱਖਣਾ। ਜਸਟ ਏਰੀਆ ਫਾਈਂਡ ਆਊਟ ਦਾ ਕਰਨ ਦਾ ਜਿਹੜਾ ਫਾਰਮੂਲਾ ਹੁੰਦਾ ਅਰਧ ਵਿਆਸੀ ਖੰਡ ਦਾ ਉਹ ਹੁੰਦਾ πr² θ/360। ਤਾਂ ਪਾਈ ਦੀ ਵੈਲਿਊ ਪਾਈ ਰੱਖ ਲਓ, ਆਰ ਦੀ ਵੈਲਿਊ ਅਰਧ ਵਿਆਸ ਕਿੰਨਾ ਦਿੱਤਾ ਹੋਇਆ 4, 4 × 4, ਥੀਟਾ ਕਿੰਨਾ ਹੈਗਾ, ਥੀਟਾ ਸਾਡੇ ਕੋਲ ਹੈਗਾ 45 ਡਿਗਰੀ ਦਾ ਕੋਣ ਬਣ ਰਿਹਾ। ਥੀਟਾ ਅਸੀਂ ਕਹਿੰਦੇ ਕੋਣ ਨੂੰ, ਇਹ ਸਾਡੇ ਕੋਲ ਥੀਟਾ ਹੁੰਦਾ ਔਰ ਜਿਹੜਾ ਅਰਧ ਵਿਆਸ ਆ ਉਹ ਕੀ ਹੁੰਦਾ ਆਰ। ਤਾਂ ਇਹ ਸਾਡੇ ਕੋਲੇ ਬਟਾ 360, ਇਹਨੂੰ ਅਸੀਂ ਕੱਟ ਦਿੰਦੇ ਹਾਂ 4 × 36, 90 ਤੇ ਕੱਟਿਆ ਗਿਆ, 45 × 2 = 90, 2 ਤੇ ਕੱਟਿਆ ਗਿਆ, ਫਿਰ 2 × 2 = 4। ਤਾਂ ਇਹ ਕਿੰਨਾ ਬਚ ਗਿਆ 2 × π ਯਾਨੀ 2 π। ਤਾਂ ਇਹ ਸਾਡੇ ਕੋਲੇ ਰਾਈਟ ਆਨਸਰ ਹੈ। ਬਿਲਕੁਲ ਹੀ ਆਸਾਨ ਜਿਹਾ ਕੁਐਸਚਨ ਸੀ, ਤਾਂ ਇਹਨੂੰ ਅਸੀਂ ਟਿਕ ਕਰ ਦਿੰਦੇ ਹਾਂ। ਤਾਂ 2 π ਸਾਡਾ ਕੀ ਹੈ ਰਾਈਟ ਆਨਸਰ ਹੈ। ਬੇਟਾ ਜੇ ਤੁਸੀਂ ਕਾਪੀ ਦੇ ਉੱਪਰ ਕੁਐਸਚਨ ਨੂੰ ਨੋਟ ਕਰਨਾ ਹੈ ਤਾਂ ਤੁਸੀਂ ਕੀ ਕਰਿਆ ਕਰੋ, ਵੀਡੀਓ ਨੂੰ ਪੌਜ਼ ਕਰ ਲਿਆ ਕਰੋ, ਰੋਕ ਲਿਆ ਕਰੋ ਔਰ ਨੋਟ ਡਾਊਨ ਕਰ ਲਓ ਜਾਂ ਸਕਰੀਨਸ਼ਾਟ ਲੈ ਲਿਆ ਕਰੋ, ਤਾਂ ਉੱਥੋਂ ਤੁਹਾਨੂੰ ਥੋੜਾ ਜਿਹਾ ਆਸਾਨੀ ਹੋ ਜਾਊਗੀ ਕੁਐਸਚਨ ਨੂੰ ਨੋਟ ਕਰਨ ਦੀ। ਅਗਲਾ ਜਿਹੜਾ ਸਾਡੇ ਕੋਲ 8ਵਾਂ ਕੁਐਸਚਨ ਦੇਖੋ ਕੀ ਹੈ। ਦਿੱਤੇ ਚਿੱਤਰ ਵਿੱਚ AC ਅਤੇ BD ਬਿੰਦੂ P ਤੇ ਕੱਟਦੀਆਂ ਹਨ ਤਾਂ ਕੋਣ PBA ਯਾਨੀ ਆ ਜਿਹੜਾ ਸਾਡਾ ਐਂਗਲ ਹੈ ਇਹ ਅਸੀਂ ਫਾਈਂਡ ਆਊਟ ਕਰਨਾ ਹੈਗਾ। ਡਾਇਗਰਾਮ ਤੁਹਾਡੇ ਕੋਲ ਸਾਈਡ ਤੇ ਬਣਿਆ ਹੋਏਗਾ, ਦੇਖੋ ਡਾਇਗਰਾਮ ਦੇ ਵਿੱਚ ਦੇਖਦੇ ਹਾਂ ਤਾਂ ਦੋ ਜਿਹੜੀਆਂ ਲਾਈਨਾਂ ਹੈ ਉਹ P ਤੇ ਕੱਟ ਰਹੀਆਂ ਔਰ ਸਾਨੂੰ ਪੁੱਛਿਆ ਹੋਇਆ ਕੋਣ B ਕਿੰਨਾ ਹੋਵੇਗਾ, ਠੀਕ ਹੈ। AB P ਜਾਂ PBA, ਆਹ ਵਾਲਾ ਜਿਹੜਾ ਕੋਣ ਹੈ ਇਹ ਅਸੀਂ ਫਾਈਂਡ ਆਊਟ ਕਰਨਾ ਹੈ। ਤਾਂ ਦੋ ਸਾਨੂੰ ਐਂਗਲ ਦਿੱਤੇ ਹੋਏ, ਇੱਕ ਤਾਂ D ਕੋਣ ਦਿੱਤਾ ਹੋਇਆ 30 ਡਿਗਰੀ ਦਾ ਔਰ ਇੱਕ ਇਧਰਲੀ ਸਾਈਡ P ਕੋਣ ਦਿੱਤਾ ਹੋਇਆ 70 ਡਿਗਰੀ ਦਾ। ਦੇਖੋ ਜਿਹੜੇ ਸਿਖਰ ਸਨਮੁਖ ਕੋਣ ਹੁੰਦੇ ਆ ਉਹ ਬਰਾਬਰ ਹੁੰਦੇ ਆ, ਸਿਖਰ ਸਨਮੁਖ ਕੋਣ ਹੁੰਦੇ ਜਿਹੜੇ ਉਹ ਬਰਾਬਰ ਹੁੰਦੇ ਆ। ਜੇ ਆਹ ਜਿਹੜਾ ਐਂਗਲ ਹੈ 70 ਡਿਗਰੀ ਦਾ ਹੈ ਤਾਂ ਆਹ ਐਂਗਲ ਵੀ ਕਿੰਨਾ ਹੋਵੇਗਾ 70 ਡਿਗਰੀ ਦਾ ਹੋਵੇਗਾ। ਇਹ ਸਿਖਰ ਸਨਮੁਖ ਕੋਣ ਹੁੰਦੇ ਆ ਅਪੋਜਿਟ ਵਰਟੀਕਲ ਐਂਗਲ। ਜਦੋਂ ਦੋ ਲਾਈਨਾਂ ਇੱਕ ਦੂਸਰੇ ਨੂੰ ਕੱਟਦੀਆਂ ਹੈ, ਜਿਹੜੇ ਆ ਦੋਨੋਂ ਐਂਗਲ ਹੁੰਦੇ ਆ ਇਹਨਾਂ ਨੂੰ ਅਸੀਂ ਬੋਲਦੇ ਆ ਸਿਖਰ ਸਨਮੁਖ ਕੋਣ ਜਾਂ ਅਪੋਜਿਟ ਵਰਟੀਕਲ ਐਂਗਲ। ਇਹ ਦੋਨੋਂ ਕੀ ਹੁੰਦੇ ਆ ਬਰਾਬਰ ਹੁੰਦੇ ਆ, ਤੇ ਇੱਕ 70 ਹੈ ਤਾਂ ਦੂਸਰਾ ਵੀ ਕਿੰਨਾ ਹੋਊਗਾ 70 ਹੋਊਗਾ, ਠੀਕ ਹੈ। ਹੁਣ ਦੇਖੋ ਜਿਹੜੀਆਂ ਦੋ ਟ੍ਰਾਇੰਗਲ ਸੀ, ਪਹਿਲੀ ਟ੍ਰਾਇੰਗਲ ਦੀ ਜਿਹੜੀ AP ਭੁਜਾ ਸੀ ਉਹ 6 ਸੀ ਔਰ ਜਿਹੜੀ ਸਾਡੇ ਕੋਲੇ BP ਭੁਜਾ ਉਹ ਕਿੰਨੀ ਹੈ 3 ਹੈ। ਜਾਨੀ ਜੇ ਅਸੀਂ ਇਹਨਾਂ ਦੋਨਾਂ ਦਾ ਅਨੁਪਾਤ ਕੱਢੀਏ AP ਬਟਾ ਕਰ ਦਈਏ BP, ਠੀਕ ਹੈ, ਔਰ ਉਧਰਲੀ ਸਾਈਡ ਇੱਕ ਸਾਡੇ ਕੋਲ ਹੈਗਾ 6/3, ਇਹ ਕੈਂਸਲ ਹੋ ਜਾਏਗਾ। ਜੇ ਤੁਸੀਂ ਇਹਨੂੰ ਕੈਂਸਲ ਕਰਦੇ ਹਾਂ 3 × 2 = 6, ਇਹ ਆ ਗਿਆ ਸਾਡੇ ਕੋਲ 2/1। ਇਸੇ ਤਰ੍ਹਾਂ ਜੇ ਅਸੀਂ ਦੂਸਰੀ ਟ੍ਰਾਇੰਗਲ ਦੇ ਵਿੱਚ PD ਔਰ PC ਨੂੰ ਡਿਵਾਈਡ ਕਰਦੇ ਹਾਂ, PD ਦੀ ਵੈਲਿਊ 5 ਹੈ, PC ਦੀ ਵੈਲਿਊ ਹੈਗੀ 2.5, ਤਾਂ ਅਸੀਂ ਇਸ ਨੂੰ ਲਿਖ ਸਕਦੇ ਹਾਂ ਪੁਆਇੰਟ ਦਾ ਜਿਹੜਾ 10 ਆ ਉੱਪਰ ਲਗਾ ਦਾਂਗੇ। ਦੇਖੋ ਜਿਹੜੀ ਉੱਪਰ, ਕਿਉਂਕਿ ਇਹ ਤੁਸੀਂ ਬੇਟਾ ਯਾਦ ਰੱਖੋ ਇੱਕ ਗੱਲ ਨੂੰ, ਜੇ ਮੰਨ ਕੇ ਚਲੋ 5.1/2 ਹੈ ਤਾਂ ਅਸੀਂ ਜੋ ਉੱਪਰ ਕੋਈ ਵੈਲਿਊ ਹੈ ਉਹਦੇ ਵਿੱਚ ਪੁਆਇੰਟ ਉਹਦਾ ਜਿਹੜਾ 10 ਹੈ ਉਹ ਬਟੇ 'ਚ ਲਗਾਉਣੇ ਹੁੰਦੇ ਆਪਾਂ। ਹੇਠਾਂ ਜੇ ਕੋਈ ਵੈਲਿਊ ਦੇ ਵਿੱਚ ਪੁਆਇੰਟ ਹੈ ਤਾਂ ਉਸ ਦਾ ਜਿਹੜਾ ਤੁਸੀਂ 10 ਜਾਂ 100 ਹੈ ਉਸ ਨੂੰ ਉੱਪਰ ਲਗਾ ਦਿਆ ਕਰੋ, ਤਾਂ ਆਸਾਨੀ ਨਾਲ ਕੁਐਸਚਨ ਥੋੜਾ ਜਿਹਾ ਹੋ ਜਾਂਦਾ ਹੈ। ਇਹਨੂੰ ਕੱਟ ਦਾਂਗੇ ਆਪਾਂ 5 × 5 = 25, ਫਿਰ 5 × 2 = 10, ਤਾਂ ਇਹ ਆ ਗਿਆ 2/1। ਤਾਂ ਦੋਨੋਂ ਬਰਾਬਰ ਆ ਗਏ। ਮੈਂ ਇਹ ਕਹਿਣਾ ਚਾਹੁੰਦਾ ਹੈ ਪਹਿਲੀ ਟ੍ਰਾਇੰਗਲ ਦੇ ਵਿੱਚ ਜਿਹੜੀਆਂ ਦੋ ਭੁਜਾਵਾਂ ਸੀ AP ਔਰ BP ਔਰ ਦੂਸਰੀ ਤ੍ਰਿਭੁਜ ਦੇ ਵਿੱਚ ਦੋ ਭੁਜਾਵਾਂ ਸੀ PD ਔਰ PC, ਦੋਨਾਂ ਦਾ ਅਨੁਪਾਤ ਕੀ ਹੈ ਦੇਖੋ ਬਰਾਬਰ ਹੈ, 2/1 ਆਇਆ 2/1 ਆਇਆ। ਦੋ ਭੁਜਾਵਾਂ ਦਾ ਪਹਿਲੀ ਤ੍ਰਿਭੁਜ ਦੇ ਵਿੱਚ ਦੋ ਭੁਜਾਵਾਂ ਦਾ ਅਨੁਪਾਤ ਔਰ ਦੂਸਰੀ ਤ੍ਰਿਭੁਜ ਦੇ ਵਿੱਚ ਦੋ ਭੁਜਾਵਾਂ ਦਾ ਜਿਹੜਾ ਅਨੁਪਾਤ ਹੈ ਉਹ ਬਰਾਬਰ ਹੈ। AP ਬਟਾ PB ਜਾਂ BP ਬਰਾਬਰ ਹੈ PD ਬਟਾ PC ਦੇ, ਔਰ ਉਹਨਾਂ ਦੇ ਵਿਚਕਾਰ ਜਿਹੜਾ ਕੋਣ ਹੈ ਆਹ ਵਾਲਾ, ਪਹਿਲੀ ਟ੍ਰਾਇੰਗਲ ਦੇ ਵਿੱਚ ਵੀ 70 ਡਿਗਰੀ ਹੈ P ਕੋਣ, ਦੂਸਰੀ ਟ੍ਰਾਇੰਗਲ ਦੇ ਵਿੱਚ ਵੀ ਜਿਹੜਾ P ਕੋਣ ਹੈ ਉਹ ਕਿੰਨਾ ਹੈਗਾ 70 ਡਿਗਰੀ ਹੈ। ਤਾਂ ਦੋਨੋਂ ਟ੍ਰਾਇੰਗਲ 'ਚ ਕੀ ਹੈ ਸਿਮਿਲਰ ਹੈ, ਸਮਰੂਪ ਨੇ,
APB ਜਿਹੜੀ ਟ੍ਰਾਇੰਗਲ ਹੈ ਉਹ ਸਿਮੀਲਰ ਹੈ ਕਿਹੜੀ ਟ੍ਰਾਇੰਗਲ ਦੇ DPC ਦੇ। ਤਾਂ ਜਦੋਂ ਦੋ ਟ੍ਰਾਇੰਗਲ ਸਿਮੀਲਰ ਹੁੰਦੇ ਹੈ ਤਾਂ ਉਹਨਾਂ ਦੇ ਜਿਹੜੇ ਅਨੁਸਾਰੀ ਭਾਗ ਹੈ ਸੰਗਤ ਭਾਗ ਹੈ ਅਨੁਸਾਰੀ ਕੋਣ ਹੈ ਜਿਹੜੇ ਉਹ ਬਰਾਬਰ ਹੁੰਦੇ ਆ। ਜਿਹੜਾ D ਕੋਣ ਹੈ ਉਹ ਕਿਸ ਦੇ ਬਰਾਬਰ ਹੋ ਜਾਏਗਾ A ਕੋਣ ਦੇ। ਤਾਂ ਕੋਣ D ਔਰ ਕੋਣ A ਇਹ ਦੋਨੋਂ ਆਪਸ 'ਚ ਬਰਾਬਰ ਹੋਣਗੇ। ਤਾਂ D ਕੋਣ ਸਾਨੂੰ 30 ਡਿਗਰੀ ਦਿੱਤਾ ਹੋਇਆ, ਇਸ ਕਰਕੇ ਜਿਹੜਾ A ਕੋਣ ਹੈ ਉਹ ਕਿੰਨਾ ਹੋ ਜਾਏਗਾ 30 ਡਿਗਰੀ। ਕਿਸੇ ਟ੍ਰਾਇੰਗਲ ਦੇ ਸਾਰੇ ਐਂਗਲ ਦਾ ਜਿਹੜਾ ਸਮ ਹੁੰਦਾ ਹੈ ਉਹ 180 ਡਿਗਰੀ ਹੁੰਦਾ। ਸਾਨੂੰ ਪਤਾ ਹੁਣ ਦੋ ਕੋਣ ਸਾਨੂੰ ਪਤਾ ਲੱਗ ਗਏ ਇਸ ਟ੍ਰਾਇੰਗਲ ਦੇ। ਤਾਂ ਜੇ ਤੀਸਰਾ ਕੋਣ ਅਸੀਂ B ਕੱਢਣਾ ਹੋਵੇ ਤਾਂ ਅਸੀਂ ਕੱਢ ਸਕਦੇ ਹਾਂ 180 ਡਿਗਰੀ ਤੋਂ ਚੋਂ ਅਸੀਂ ਦੋਨੋਂ ਕੋਣ ਆ ਜਿਹੜੇ 30 ਡਿਗਰੀ ਔਰ 70 ਡਿਗਰੀ ਇਸ ਨੂੰ ਅਸੀਂ ਮਾਈਨਸ ਕਰ ਦਾਂਗੇ। ਤਾਂ ਸਾਡੇ ਕੋਲ ਕਿੰਨਾ ਆ ਗਿਆ 180 ਡਿਗਰੀ ਚੋਂ ਅਸੀਂ 100 ਡਿਗਰੀ ਮਾਈਨਸ ਕੀਤਾ ਤਾਂ 80 ਡਿਗਰੀ ਸਾਡਾ ਕੀ ਆ ਗਿਆ ਰਾਈਟ ਆਂਸਰ ਆ ਗਿਆ। ਇਹ ਜਿਹੜਾ ਕੁਐਸਚਨ ਸੀ ਇਹ ਸੋਲਵ ਹੋ ਗਿਆ। ਜਾਨੀ ਇਸ ਦੇ ਵਿੱਚ ਪਹਿਲਾਂ ਇਹੀ ਯਾਦ ਰੱਖਣਾ ਹੈ ਵੀ ਦੋਨੋਂ ਟ੍ਰਾਇੰਗਲ ਸਿਮੀਲਰ ਬਣਦੀਆਂ। ਕਿਉਂ? ਕਿਉਂਕਿ ਪਹਿਲੀਆਂ ਦੋ ਭੁਜਾਵਾਂ ਦਾ ਇੱਧਰ ਪਹਿਲੀ ਟ੍ਰਾਇੰਗਲ ਦੇ ਵਿੱਚ ਦੋ ਭੁਜਾਵਾਂ ਦਾ ਅਨੁਪਾਤ ਔਰ ਦੂਸਰੀ ਟ੍ਰਾਇੰਗਲ ਦੇ ਵਿੱਚ ਦੋ ਭੁਜਾਵਾਂ ਦਾ ਅਨੁਪਾਤ ਹੈ ਜਿਹੜਾ ਉਹ ਬਰਾਬਰ ਹੈ ਔਰ ਉਹਨਾਂ ਦਾ ਵਿਚਕਾਰਲਾ ਜਿਹੜਾ ਕੋਣ ਹੈ ਦੋਨਾਂ ਭੁਜਾਵਾਂ ਦਾ ਉਹ ਵੀ ਬਰਾਬਰ ਹੈ। ਤਾਂ ਇੱਥੇ ਜਿਹੜਾ ਰੂਲ ਲੱਗਿਆ ਸੀ ਸਾਡੇ ਕੋਲੇ ਸਿਮੀਲਰ ਦਾ ਉਹ ਲੱਗਿਆ ਸੀ SAS ਭੁਜਾ ਕੋਣ ਭੁਜਾ ਦੋ ਭੁਜਾਵਾਂ ਦਾ ਅਨੁਪਾਤ ਔਰ ਜਿਹੜਾ ਕੋਣ ਹੈ ਉਹ ਇੱਕ ਬਰਾਬਰ ਹੈ ਵਿਚਕਾਰਲਾ ਕੋਣ। ਇਸ ਕਰਕੇ ਦੋਨੋਂ ਤ੍ਰਿਭੁਜਾਂ ਕੀ ਸੀ ਸਮਰੂਪ ਸੀ। ਤਾਂ ਉਸ ਦੇ ਨਾਲ ਅਸੀਂ ਜਿਹੜੇ ਤਿੰਨੋਂ ਕੋਣ ਅਸੀਂ ਫਾਈਂਡ ਆਊਟ ਕਰ ਲਏ। ਤਾਂ ਅਗਲੇ ਕੁਐਸਚਨ ਦੇਖਦੇ ਆਪਾਂ ਕੀ ਹੈ। ਅਗਲਾ ਜਿਹੜਾ ਸਾਡਾ ਕੁਐਸਚਨ ਹੈ ਦੋ ਲਗਾਤਾਰ ਟਾਂਕ ਸੰਖਿਆਵਾਂ ਦਾ ਜੋੜ ਹਮੇਸ਼ਾ ਹੇਠਾਂ ਦਿੱਤਿਆਂ ਵਿੱਚੋਂ ਕਿਸ ਨਾਲ ਭਾਗ ਹੁੰਦਾ ਹੈ। ਦੋ ਟਾਂਕ ਸੰਖਿਆਵਾਂ ਦਾ ਜੋੜ ਅਸੀਂ ਲੈਣਾ ਹੈਗਾ। ਤਾਂ ਆਪਾਂ ਇਸ ਨੂੰ ਕਰਕੇ ਦੇਖਦੇ ਹਾਂ ਕੁਐਸਚਨ ਨੂੰ ਬਾਈ ਐਗਜ਼ਾਮਪਲ। ਮੰਨ ਲੈਂਦੇ ਹਾਂ ਅਸੀਂ ਇੱਕ ਪਹਿਲੀ ਟਾਂਕ ਸੰਖਿਆ ਲੈ ਲਈ 1 ਦੂਸਰੀ ਲੈ ਲਈ ਅਸੀਂ 3। ਕੋਈ ਵੀ ਦੋ ਲੈ ਸਕਦੇ ਹਾਂ ਪਹਿਲੇ 1 ਤੇ ਫਿਰ 3। ਉਹਨਾਂ ਦਾ ਜੇ ਅਸੀਂ ਜੋੜ ਕਰਿਆ 1 ਤੇ 3 ਦਾ ਜੋੜ ਕਿੰਨਾ ਆ ਗਿਆ 4। ਫਿਰ ਜੇ ਅਸੀਂ 3 ਤੇ 5 ਲੈਂਦੇ ਹਾਂ 3 ਔਰ 5 ਤਾਂ ਜੋੜ ਕਿੰਨਾ ਆ ਗਿਆ 8। ਜੇ ਅਸੀਂ 5 ਤੇ 7 ਲੈਂਦੇ ਹਾਂ ਤਾਂ ਜੋੜ ਕਿੰਨਾ ਆ ਗਿਆ 12। ਤਾਂ ਤੁਸੀਂ ਦੇਖੋ ਜਿਹੜਾ ਜੋੜ ਹੈ ਉਹ 4 ਦਾ ਟੇਬਲ ਬਣ ਰਿਹਾ 4 8 12। ਇਸ ਤੋਂ ਬਾਅਦ ਜੇ ਅੱਗੇ ਆਪਾਂ ਕੰਟੀਨਿਊ ਕਰਾਂਗੇ ਤਾਂ ਇਹ ਜਿਹੜੀਆਂ 4 8 ਤੇ 12 ਜਿਹੜੀਆਂ ਸੰਖਿਆਵਾਂ ਬਣਦੀਆਂ ਇਹ ਦੇਖੋ ਕਿਸ ਤੇ ਡਿਵਾਈਡ ਹੋ ਰਹੀਆਂ ਜਾਂ ਤਾਂ 2 ਨਾਲ ਹੋ ਰਹੀਆਂ ਔਰ ਜਾਂ ਕਿਸ ਨਾਲ ਡਿਵਾਈਡ ਹੋ ਰਹੀਆਂ 4 ਨਾਲ। ਠੀਕ ਹੈ ਸਾਰੀਆਂ ਤਿੰਨੋਂ ਆ ਵੀ 2 ਤੇ ਡਿਵਾਈਡ ਹੁੰਦੀ ਹੈ ਇਹ ਵੀ 2 ਤੇ ਡਿਵਾਈਡ ਹੁੰਦੀ ਹੈ ਇਹ ਵੀ 2 ਤੇ ਡਿਵਾਈਡ ਹੁੰਦੀ ਹੈ। ਠੀਕ ਹੈ ਜਿਹੜਾ 4 ਹੈ ਉਹ 4 ਤੇ ਭਾਗ ਹੁੰਦਾ ਹੈ 8 ਤੇ ਭਾਗ ਹੁੰਦਾ ਹੈ 12 ਤੇ ਵੀ ਹੁੰਦਾ ਹੈ। ਤਾਂ ਦੋ ਆਨਸਰ ਹੋ ਸਕਦਾ ਸਾਡਾ 2 ਜਾਂ 4। ਤਾਂ ਹੁਣ ਅਸੀਂ ਆਨਸਰ ਤੇ ਦੇਖਦੇ ਹਾਂ। ਆਨਸਰ ਸਾਨੂੰ 3 ਦਿੱਤਾ ਹੋਇਆ ਪਹਿਲਾਂ ਨਹੀਂ ਹੋ ਸਕਦਾ ਕਿਉਂਕਿ ਸਾਰੀਆਂ ਦੇਖਣੀਆਂ ਐ ਨਹੀਂ ਵੀ ਜਿਵੇਂ 12 ਹੈ ਉਹ 3 ਤੇ ਤਾਂ ਡਿਵਾਈਡ ਹੋ ਰਹੀ ਹੈ ਪਰ 8 ਨਹੀਂ ਹੋ ਰਹੀ। ਜਿੰਨੇ ਵੀ ਜੋੜ ਬਣੇ ਸੀ ਸਾਰੇ ਦੇ ਸਾਰੇ ਦੇਖਣੇ ਆਪਾਂ। ਠੀਕ ਹੈ ਜਿਹੜਾ 4 ਸਾਡੇ ਕੋਲ ਆਨਸਰ ਮਿਲ ਗਿਆ ਤਾਂ ਇਹ ਸਾਡਾ ਕੀ ਹੈ ਰਾਈਟ ਆਨਸਰ। ਜੇ ਇੱਥੇ 2 ਵੀ ਆਨਸਰ ਹੁੰਦਾ ਤਾਂ ਅਸੀਂ ਉਸ ਤੇ ਵੀ ਟਿਕ ਕਰਨਾ ਸੀ ਤਾਂ ਉਹ ਸਾਡਾ ਰਾਈਟ ਆਨਸਰ ਬਣਦਾ। ਠੀਕ ਹੈ ਇੱਥੇ 4 ਦਿੱਤਾ ਹੋਇਆ ਸੀ ਅਸੀਂ 4 ਤੇ ਟਿਕ ਕਰਾਂਗੇ। ਇਹ ਸਾਡੇ ਤੋਂ ਕੀ ਹੈ ਬਾਕੀ ਦੇ ਰੋਂਗ ਆਨਸਰ ਦੇ। ਅੱਗੇ ਚੱਲਦੇ ਅੱਗੇ ਸਾਡੇ ਕੋਲੇ ਕੁਐਸਚਨ ਹੈ 10ਵਾਂ ਕੁਐਸਚਨ 15 ਮੀਟਰ 17 ਸੈਂਟੀਮੀਟਰ ਲੰਬੇ ਅਤੇ 9 ਮੀਟਰ 2 ਸੈਂਟੀਮੀਟਰ ਚੌੜੇ ਕਮਰੇ ਦੀ ਛੱਤ ਨੂੰ ਘੱਟੋ ਘੱਟ ਕਿੰਨੀਆਂ ਵਰਗਾਕਾਰ ਟਾਈਲਾਂ ਨਾਲ ਢਕਿਆ ਜਾ ਸਕਦਾ। ਇੱਥੇ ਕੁਐਸਚਨ ਦੇਖਣ ਵਾਲਾ ਕੀ ਸੀ ਵੈਸੇ ਤਾਂ ਜੇ ਸਾਨੂੰ ਟਾਈਲ ਦਾ ਸਾਈਜ਼ ਦਿੱਤਾ ਹੁੰਦਾ ਤਾਂ ਬਿਲਕੁਲ ਆਸਾਨ ਕੁਐਸਚਨ ਹੋਣਾ ਸੀ। ਇਹ ਕੀ ਕਰਦੇ ਸੀ ਜਿਹੜਾ ਖੇਤਰਫਲ ਸੀ ਉਸਨੂੰ ਟਾਈਲ ਦੇ ਖੇਤਰਫਲ ਤੇ ਕੀ ਕਰ ਦਿੰਦੇ ਡਿਵਾਈਡ ਕਰ ਦਿੰਦੇ। ਪਰ ਇੱਥੇ ਕੁਐਸਚਨ ਦੇ ਵਿੱਚ ਕੀ ਹੈ ਸਾਨੂੰ ਟਾਈਲ ਦਾ ਸਾਈਜ਼ ਨਹੀਂ ਦਿੱਤਾ ਹੋਇਆ। ਜਿਹੜੀ ਟਾਈਲ ਅਸੀਂ ਫਰਸ਼ ਦੇ ਉੱਪਰ ਲਾਉਣੀ ਹੈ ਉਹਦਾ ਸਾਈਜ਼ ਸਾਨੂੰ ਨਹੀਂ ਪਤਾ। ਤਾਂ ਇੱਥੇ ਕੀ ਹੈ ਇੱਥੇ ਸਾਨੂੰ ਕਿਹਾ ਘੱਟੋ ਘੱਟ ਕਿੰਨੀਆਂ ਵਰਗਾਕਾਰ ਟਾਈਲਾਂ ਲੱਗਣ। ਤਾਂ ਘੱਟੋ ਘੱਟ ਟਾਈਲਾਂ ਦੀ ਗਿਣਤੀ ਪੁੱਛੀ ਹੈ ਤਾਂ ਸਾਨੂੰ ਜਿਹੜੀ ਟਾਈਲ ਹੈ ਉਹ ਵੱਡੀ ਤੋਂ ਵੱਡੀ ਲੈਣੀ ਪਊਗੀ। ਹੁਣ ਕੁਐਸਚਨ ਇੱਥੇ ਇਹ ਅਰਾਈਜ਼ ਹੁੰਦਾ ਹੈ ਵੀ ਜਿਹੜੀ ਉਹ ਟਾਈਲ ਹੈ ਉਹਦਾ ਸਾਈਜ਼ ਕੀ ਲਿਆ ਜਾਵੇ ਵੱਡੇ ਤੋਂ ਵੱਡਾ। ਤਾਂ ਇਸ ਦੇ ਲਈ ਸਾਨੂੰ ਕੀ ਕਰਨਾ ਪਊਗਾ ਜਦੋਂ ਵੀ ਅਸੀਂ ਮੰਨ ਲਓ ਹੁਣ ਟਾਈਲ ਲਗਾਉਣੀ ਹੈ। ਇੱਕ ਮਿੰਟ ਮੈਂ ਤੁਹਾਨੂੰ ਇਸ ਨੂੰ ਡਰਾਅ ਕਰਕੇ ਦੱਸਦਾ। ਮੰਨ ਲੈਂਦੇ ਦੇਖੋ ਇਹ ਸਾਡੇ ਕੋਲ ਛੱਤ ਹੈਗੀ ਇੱਕ। ਠੀਕ ਹੈ ਤਾਂ ਜਿਹੜੀ ਅਸੀਂ ਟਾਈਲ ਦਾ ਸਾਈਜ਼ ਵੱਡੇ ਤੋਂ ਵੱਡਾ ਲੈਣਾ ਹੋਊ ਇਸ ਤਰ੍ਹਾਂ ਦਾ ਲੈਣਾ ਹੋਊ ਵੀ ਇਧਰੋਂ ਵੀ ਉਹ ਪੂਰਾ ਆਵੇ ਤਿੰਨੋਂ ਜਿਹੜੀ ਆ ਸਾਈਜ਼ ਹੈ ਇਹ ਕੀ ਆਵੇ ਪੂਰਾ ਆ ਜਾਏ। ਵੀ ਮੰਨ ਲਓ 3 ਟਾਈਲਾਂ ਲਾਈਆਂ 3 ਟਾਈਲਾਂ ਨਾਲੇ ਜਿਹੜਾ ਮਾਪ ਹੈ ਉਹ ਪੂਰਾ ਆ ਜਾਏ। ਇਧਰਲੀ ਸਾਈਡ ਵੀ ਉਹ ਜਿਹੜਾ ਟਾਈਲਾਂ ਦਾ ਜਿਹੜਾ ਮਾਪ ਹੈ ਉਹ ਪੂਰਾ ਆ ਜਾਏ ਵੀ ਐ ਨਹੀਂ ਇੱਕ ਟਾਈਲ ਸਾਨੂੰ ਕੱਟਣੀ ਪਵੇ। ਤਾਂ ਸਾਨੂੰ ਇਸ ਤਰ੍ਹਾਂ ਦੀਆਂ ਵਰਗਾਕਾਰ ਟਾਈਲਾਂ ਸੋਚਣੀਆਂ ਜਿਹੜੀਆਂ ਦੋਨੋਂ ਸਾਈਡ ਤੋਂ ਪੂਰਾ ਮਾਪ ਲੈਂਦੀਆਂ ਹੁਣ। ਤਾਂ ਉਸ ਦੇ ਲਈ ਸਾਨੂੰ ਕੀ ਪਤਾ ਕਰਨਾ ਪਊਗਾ HCF ਕਿਸ ਦਾ ਲੰਬਾਈ ਦਾ ਔਰ ਚੌੜਾਈ ਦਾ ਦੋਨਾਂ ਦਾ। ਤਾਂ ਉਸ ਤੋਂ ਬਾਅਦ ਅਸੀਂ ਜਿਹੜਾ ਸਾਡੇ ਕੋਲ ਟਾਈਲ ਦਾ ਸਾਈਜ਼ ਆ ਜਾਏਗਾ ਉਹ ਫਿਰ ਅਸੀਂ ਕੁਐਸਚਨ ਨੂੰ ਈਜ਼ੀਲੀ ਕਰ ਲਾਂਗੇ। ਠੀਕ ਹੈ ਤਾਂ ਇਹ ਹੁਣ ਆਪਾਂ ਕੁਐਸਚਨ ਕਰਦੇ ਹਾਂ। ਪਹਿਲਾਂ ਸਾਡੇ ਕੋਲ ਜਿਹੜੀ ਲੰਬਾਈ ਹੈ ਦੇਖੋ ਉਹ ਕਿੰਨੀ ਦਿੱਤੀ ਹੋਈ ਹੈ ਸਾਨੂੰ ਲੰਬਾਈ ਦਿੱਤੀ ਹੋਈ ਹੈ ਛੱਤ ਦੀ 15 ਮੀਟਰ 17 ਸੈਂਟੀਮੀਟਰ 15 ਮੀਟਰ 17 ਸੈਂਟੀਮੀਟਰ। ਜੇ ਇਸ ਨੂੰ ਸੈਂਟੀਮੀਟਰਾਂ 'ਚ ਹੀ ਕਨਵਰਟ ਕਰ ਲਈਏ 15 ਮੀਟਰ ਹੁੰਦਾ ਜਿਹੜਾ ਉਸਦੇ 1500 ਸੈਂਟੀਮੀਟਰ ਬਣ ਜਾਣਗੇ। 1 ਮੀਟਰ 'ਚ 100 ਸੈਂਟੀਮੀਟਰ ਹੁੰਦਾ ਔਰ 17 ਸੈਂਟੀਮੀਟਰ ਹੈ ਸਾਡੇ ਕੋਲੇ। ਇਹ ਸਾਡੇ ਕੋਲੇ ਹੋ ਗਿਆ 1517 ਸੈਂਟੀਮੀਟਰ ਸਾਡੀ ਲੰਬਾਈ ਹੋ ਗਈ ਛੱਤ ਦੀ। ਇਸੇ ਤਰ੍ਹਾਂ ਜੇ ਅਸੀਂ ਚੌੜਾਈ ਦੀ ਗੱਲ ਕਰੀਏ ਚੌੜਾਈ ਸਾਨੂੰ ਦਿੱਤੀ ਹੋਈ ਸੀਗੀ 9 ਮੀਟਰ 2 ਸੈਂਟੀਮੀਟਰ। ਇੱਥੋਂ ਸਾਡੇ ਕੋਲ ਜਿਹੜੀ ਚੌੜਾਈ ਹੈ 9 ਮੀਟਰ ਦਾ ਸੈਂਟੀਮੀਟਰ ਬਣਾਵਾਂਗੇ 900 ਵਿੱਚ 2 ਅਸੀਂ ਜੋੜ ਦਾਂਗੇ ਇਹ ਹੋ ਗਿਆ 902 ਸੈਂਟੀਮੀਟਰ। ਅਸੀਂ HCF ਕਿਵੇਂ ਕੱਢਦੇ ਨੇ ਬੇਟਾ ਫਸਟ ਚੈਪਟਰ ਦੇ ਵਿੱਚ ਅਸੀਂ ਸਿੱਖਿਆ ਹੋਇਆ ਹੈਗਾ HCF ਫਾਈਂਡ ਆਊਟ ਕਰਨਾ। ਕੀ ਕਰਨਾ ਹੈ ਵੱਡੀ ਵੈਲਿਊ ਨੂੰ ਛੋਟੀ ਵੈਲਿਊ ਤੇ ਡਿਵਾਈਡ ਕਰਨਾ ਹੁੰਦਾ ਹੈ। ਠੀਕ ਹੈ 1517 ਨੂੰ ਕਿਸ ਤੇ ਡਿਵਾਈਡ ਕਰਾਂਗੇ 902 ਤੇ।
ਤਾਂ 902 ਏਕਮ 902 ਇੱਥੇ ਕਿੰਨਾ ਬਚ ਗਿਆ ਸਾਡੇ ਕੋਲੇ, ਬਚ ਗਿਆ ਸੱਚ 2 ਘਟਾਇਆ 5, ਇੱਕ ਦਾ 1 ਆ ਗਿਆ, 15 ਚ 9 ਘਟਾਏ 6। ਉਸ ਤੋਂ ਬਾਅਦ ਕੀ ਕਰਨਾ ਹੁੰਦਾ ਹੈ, ਅਸੀਂ ਹੁਣ ਡਿਵਾਈਡ ਕਰਨਾ ਹੈਗਾ। ਕੀ ਕਰਾਂਗੇ, ਜਿਹੜੀ ਵੈਲਿਊ ਤੇ ਪਹਿਲਾਂ ਡਿਵਾਈਡ ਕੀਤਾ ਸੀ ਉਸ ਨੂੰ ਅਸੀਂ ਅੰਦਰ ਰੱਖਾਂਗੇ 902 ਨੂੰ। ਹੁਣ 615 ਨੂੰ 902 ਨੂੰ 615 ਤੇ ਡਿਵਾਈਡ ਕਰਨਾ ਹੈ। 615 ਏਕਮ 615, ਇਹ ਉੱਪਰੋਂ ਬਚ ਗਿਆ ਸਾਡੇ ਕੋਲੇ 12 ਚੋਂ 7 ਘਟਾਵਾਂਗੇ, ਸਾਡੇ ਕੋਲੇ ਸੌਰੀ 5 ਘਟਾਵਾਂਗੇ, ਬਚ ਗਿਆ 7, ਇੱਥੇ 9 ਚੋਂ ਘਟਾਇਆ 8, ਫਿਰ 287। ਹੁਣ ਕੀ ਕਰਾਂਗੇ, ਫਿਰ ਡਿਵਾਈਡ ਦਾ ਸਾਈਨ ਬਣਾਵਾਂਗੇ ਔਰ 615 ਨੂੰ ਅੰਦਰ ਰੱਖ ਦਾਂਗੇ। ਇਹ ਜਾਏਗਾ ਹੁਣ 2 ਤੇ 287 ਦੂਣਾ 7 ਦੂਣੀ 14, ਇਹ ਆ ਗਿਆ 574। ਉੱਪਰੋਂ 5 ਚੋਂ 4 ਘਟਾਇਆ 1, 11 ਚੋਂ 7 ਘਟਾਏ 41, ਤਾਂ 41 ਹੁਣ ਅੰਦਰ ਰੱਖ ਦਾਂਗੇ ਅਸੀਂ 287 ਨੂੰ। ਇਹ ਚਲਾ ਗਿਆ 7 ਤੇ 7 ਏਕਮ 7, 7 ਚੋਂ 28, ਪੂਰਾ ਡਿਵਾਈਡ ਹੋ ਗਿਆ। ਜਦੋਂ ਪੂਰਾ ਡਿਵਾਈਡ ਹੋ ਜਾਣਾ ਉਦੋਂ ਰੁਕ ਜਾਣਾ। ਲਾਸਟ ਤੇ ਜਿਸ ਤੇ ਡਿਵਾਈਡ ਕੀਤਾ ਸੀ ਉਹ ਸਾਡਾ HCF ਹੈ, ਤਾਂ HCF ਸਾਡਾ ਕਿੰਨਾ ਹੈ 41। ਇਹ ਸਾਡੇ ਕੋਲੇ ਕੀ ਆ ਗਿਆ HCF। ਤਾਂ ਜਾਣੀ ਜਿਹੜੀ ਸਾਡੇ ਕੋਲੇ ਟਾਈਲ ਸੀਗੀ, ਉਸ ਦਾ ਸਾਨੂੰ ਸਾਈਜ਼ ਪਤਾ ਲੱਗ ਗਿਆ। ਜਿਹੜੀ ਅਸੀਂ ਵੱਡੀ ਤੋਂ ਵੱਡੀ ਟਾਈਲ ਲਾਉਣੀ ਹੈ ਉਹ 41 ਸੈਂਟੀਮੀਟਰ ਹੀ ਚੌੜੀ ਹੋਊਗੀ ਔਰ 41 ਸੈਂਟੀਮੀਟਰ ਹੀ ਲੰਬੀ ਹੋਊਗੀ, 41 ਬਾਈ 41 ਦੀ ਉਹ ਹੋਊਗੀ। ਤਾਂ ਜੇ ਅਸੀਂ ਟਾਈਲ ਦਾ ਖੇਤਰਫਲ ਦੀ ਗੱਲ ਕਰੀਏ, ਟਾਈਲ ਦਾ ਖੇਤਰਫਲ ਉਹ ਕਿੰਨਾ ਹੋਊਗਾ, 41 ਗੁਣਾ 41, ਲੰਬਾਈ ਗੁਣਾ ਚੜਾਈ ਹੁੰਦਾ ਨਾ, ਭੁਜਾ ਗੁਣਾ ਭੁਜਾ ਵਰਗ ਦਾ ਖੇਤਰਫਲ ਇੰਨਾ ਆ ਜਾਏਗਾ। ਇਹਨੂੰ ਕੱਟਦੇ ਨਹੀਂ ਆਪਾਂ, ਇੱਕ ਵਾਰ ਵੈਸੇ ਹੀ ਰੱਖ ਲੈਂਦੇ ਹਾਂ, ਠੀਕ ਹੈ। ਇਹਨੂੰ ਮਲਟੀਪਲਾਈ ਨਹੀਂ ਕਰਦੇ। ਚਲੋ ਹੁਣ ਆਪਾਂ ਕੁਐਸਚਨ ਕਰਦੇ ਹਾਂ ਆਪਣਾ, ਜਿਹੜਾ ਸਾਨੂੰ ਕੁਐਸਚਨ ਦਿੱਤਾ ਹੋਇਆ ਸੀਗਾ। ਜਿਹੜੀ ਸਾਡੇ ਕੋਲੇ ਟਾਈਲਾਂ ਦੀ ਗਿਣਤੀ ਸਾਨੂੰ ਪੁੱਛੀ ਹੋਈ ਸੀ, ਘੱਟੋ ਘੱਟ ਉਹ ਕਿੰਨੀ ਹੋਊਗੀ, ਉਹ ਕਿਵੇਂ ਫਾਈਂਡ ਆਊਟ ਕਰਾਂਗੇ ਅਸੀਂ। ਫਰਸ਼ ਦਾ ਖੇਤਰਫਲ ਜਿਹੜਾ ਸੀਗਾ, ਫਰਸ਼ ਦਾ ਖੇਤਰਫਲ ਬਟਾ ਕੀ ਕਰਾਂਗੇ ਅਸੀਂ, ਟਾਈਲ ਦਾ ਖੇਤਰਫਲ। ਫਰਸ਼ ਦਾ ਖੇਤਰਫਲ ਬਟਾ ਟਾਈਲ ਦਾ ਖੇਤਰਫਲ, ਇਹ ਸਾਡਾ ਫਾਰਮੂਲਾ ਹੈ ਗਿਣਤੀ ਕੱਢਣ ਦਾ। ਫਰਸ਼ ਕਿੰਨੀ ਲੰਬੀ ਸੀਗੀ, ਦੇਖੋ ਆਪਾਂ 1517 ਸੈਂਟੀਮੀਟਰ ਬਣ ਗਿਆ ਸੀ ਉਹ, ਔਰ ਚੌੜਾਈ ਕਿੰਨੀ ਸੀ ਉਸਦੀ 902 ਸੈਂਟੀਮੀਟਰ। ਤਾਂ ਉਸ ਨੂੰ ਡਿਵਾਈਡ ਕਰਾਂਗੇ ਟਾਈਲ ਦੇ ਖੇਤਰਫਲ ਤੇ। ਟਾਈਲ ਦਾ ਖੇਤਰਫਲ ਕੀ ਸੀ, 41 ਗੁਣਾ 41। ਇਹਨੂੰ ਕੱਟ ਦਿੰਦੇ ਅਸੀਂ, ਕੈਂਸਲ ਕਰ ਦਿਆਂਗੇ ਤਾਂ ਇਹ ਡਿਵਾਈਡ ਹੋ ਜਾਣਗੇ। 902 ਵੀ 41 ਤੇ ਕੱਟਿਆ ਜਾਊਗਾ ਔਰ 1517 ਵੀ ਜਿਹੜਾ 41 ਤੇ ਕੱਟਿਆ ਜਾਊਗਾ। ਇਹਨੂੰ ਕੈਂਸਲ ਕਰਦੇ ਹਾਂ। 41 ਨੂੰ ਜਦੋਂ ਅਸੀਂ ਕੱਟਾਂਗੇ 41 22 ਤੇ ਕੱਟਿਆ ਜਾਊਗਾ, ਔਰ ਇੱਧਰੋਂ ਇਹਨੂੰ 41 ਨੂੰ ਕੱਟਾਂਗੇ, ਕੱਟਿਆ ਜਾਊਗਾ 37 ਤੇ, ਔਰ 37 ਤੇ 22 ਦੀ ਜਦੋਂ ਅਸੀਂ ਗੁਣਾ ਕਰਾਂਗੇ ਸਾਡੇ ਕੋਲ ਆ ਗਿਆ 814। ਤਾਂ ਸਾਡੇ ਕੋਲ ਟਾਈਲਾਂ ਦੀ ਗਿਣਤੀ ਕਿੰਨੀ ਆ ਗਈ, 814। ਤਾਂ ਇਹ ਜਿਹੜਾ ਸਾਡੇ ਕੋਲੇ ਸੀਗਾ ਆਨਸਰ ਸੀ ਇਸ ਦਾ, ਸੈਕੰਡ ਆਪਸ਼ਨ ਕੀ ਹੈ ਸਾਡਾ ਰਾਈਟ ਆਨਸਰ ਹੈ। ਤਾਂ ਇਹ ਸਾਡੇ ਕੋਲੇ 10 ਕੁਐਸਚਨ ਇਸ ਦੇ ਅਸੀਂ ਸੋਲਵ ਕਰ ਲਏ। ਚਲਦੇ ਅਗਲੇ ਕੁਐਸਚਨ ਤੇ। ਅਗਲਾ ਕੁਐਸਚਨ ਹੈ, ਦਿੱਤੇ ਗਏ ਲੇਖ ਵਿੱਚ ਬਹੁਪਦ px ਦਾ ਹੈ, ਸਿਫਰਾਂ ਦੀ ਗਿਣਤੀ ਅਸੀਂ ਪਤਾ ਕਰਨੀ ਹੈ। ਇਹ ਪਹਿਲਾਂ ਵੀ ਬੇਟਾ ਕੁਐਸਚਨ ਕੀਤਾ ਸੀ, ਮੈਂ ਦੁਬਾਰਾ ਰਿਪੀਟ ਕਰਦਾ ਹਾਂ। ਜਿੰਨੀ ਵਾਰ ਜਿਹੜਾ ਗ੍ਰਾਫ ਹੈ ਬਹੁਪਦ ਦਾ ਉਹ x ਤੁਰੇ ਨੂੰ ਕੱਟੇਗਾ, ਕਿਹੜੇ ਤੁਰੇ ਨੂੰ, x ਤੁਰੇ ਨੂੰ, ਇਸ ਨੂੰ x ਐਕਸਿਸ ਨੂੰ ਅਸੀਂ ਕੱਟੂਗਾ। ਕਿੰਨੇ ਵਾਰ ਕੱਟ ਰਿਹਾ, ਦੇਖੋ 1 ਪੁਆਇੰਟ ਤੇ ਕੱਟ ਰਿਹਾ, ਤਾਂ ਇਸ ਦੀ ਜਿਹੜੀ ਸਿਫਰ ਕੀ ਹੈ 1 ਹੈ। ਅਗਲਾ ਜਿਹੜਾ ਕੁਐਸਚਨ ਹੈ, ਜੇ 3 ਘਾਤੀ ਬਹੁਪਦ ਤੁਹਾਨੂੰ ਦਿੱਤਾ ਹੋਇਆ ਉਸ ਦੀਆਂ 2 ਸਿਫਰਾਂ 0 ਹੋਣ, ਪਹਿਲੀ ਸਿਫਰ ਵੀ 0 ਹੈ, ਦੂਸਰੀ ਵੀ ਕੀ ਹੈ 0 ਹੈ, ਤਾਂ ਤੀਸਰੀ ਸਿਫਰ ਕੀ ਹੋਊਗੀ। ਸਿਫਰਾਂ ਦਾ ਜਿਹੜਾ ਜਦੋਂ 2 ਬਹੁਪਦ ਦੀ ਗੱਲ ਕਰਦੇ ਹਾਂ, 2 ਘਾਤੀ ਬਹੁਪਦ ਦੀ ਗੱਲ ਕਰਦੇ ਹੁੰਦੇ ਆਪਾਂ ਬੇਟਾ, ਤਾਂ ਸਿਫਰਾਂ ਦਾ ਜਿਹੜਾ ਸਾਡਾ ਜੋੜ ਹੁੰਦਾ ਉਹ ਅਲਫਾ ਪਲੱਸ ਬੀਟਾ ਕੀ ਹੁੰਦਾ, -b ਬਟਾ a ਹੁੰਦਾ। 2 ਘਾਤੀ ਦੀ ਜਦੋਂ ਗੱਲ ਕਰਦੇ ਹੁਣ ਇੱਥੇ ਸਿਫਰਾਂ ਕੀ ਹੋ ਗਈਆਂ, ਸਾਡੇ ਕੋਲੇ 3 ਹੋ ਗਈਆਂ, ਠੀਕ ਹੈ। ਤਾਂ ਮੈਥਡ ਉਹੀ ਰਹਿੰਦਾ ਹੈ, ਕੀ ਹੁੰਦਾ ਹੈ, ਜਿਹੜੀ ਸਾਡੇ ਕੋਲੇ ਹਾਈਐਸਟ ਡਿਗਰੀ ਹੁੰਦੀ ਹੈ, ਵੱਡੀ ਘਾਤ ਵਾਲੀ ਟਰਮ ਹੁੰਦੀ ਹੈ, ਤਾਂ ਉਸ ਤੋਂ ਬਾਅਦ ਜਿਹੜੀ ਨੈਕਸਟ ਘਾਤ ਵਾਲੀ ਟਰਮ ਹੁੰਦੀ ਹੈ, ਉਹਨਾਂ ਦੇ ਜਿਹੜੇ ਗੁਣਾਂਕ ਹੁੰਦੇ ਆ ਉਹਨਾਂ ਦੇ ਵਿੱਚ ਇਹ ਸੰਬੰਧ ਹੁੰਦਾ ਹੈ, ਜਿਹੜੇ ਵੀ ਹੁੰਦੇ, ਚਾਹੇ 2 ਘਾਤੀ ਹੋਵੇ ਚਾਹੇ 3 ਘਾਤੀ ਹੋਵੇ, ਠੀਕ ਹੈ। ਇਹ 'ਚ ਨਹੀਂ ਤੁਸੀਂ ਪਜਲ ਹੋਣਾ। ਸਭ ਤੋਂ ਵੱਡੀ ਘਾਤ ਦਾ ਜਿਹੜਾ ਗੁਣਾਂਕ ਹੁੰਦਾ ਉਹ a ਹੁੰਦਾ। ਉਸ ਤੋਂ ਘੱਟ ਜਿਹੜੀ ਘਾਤ ਹੁੰਦੀ ਹੈ, ਮੰਨ ਲਓ ਇੱਥੇ 4 ਘਾਤ ਵੀ ਹੁੰਦੀ ਤਾਂ ਉਸਦਾ ਗੁਣਾਂਕ a ਹੀ ਲਾਉਂਦੇ ਅਸੀਂ, ਉਸ ਤੋਂ ਬਾਅਦ 3 ਵਾਲੀ ਦਾ ਅਸੀਂ b ਕਰਦੇ, ਠੀਕ ਹੈ। ਇਹ ਗੱਲ ਨੂੰ ਯਾਦ ਰੱਖਣਾ, ਇਹਨਾਂ ਦੇ ਵਿੱਚ ਹੀ ਅਸੀਂ ਸੰਬੰਧ ਲੈਣਾ ਹੁੰਦਾ। ਮੰਨ ਲੈਂਦੇ ਹਾਂ ਜਿਹੜਾ ਸਾਡਾ ਬਹੁਪਦ ਹੈ ਉਸ ਦੀਆਂ 3 ਸਿਫਰਾਂ ਹੈ। ਪਹਿਲੀ ਸਿਫਰ ਹੈਗੀ ਅਲਫਾ, ਦੂਸਰੀ ਹੈਗੀ ਬੀਟਾ ਔਰ ਤੀਸਰੀ ਹੈਗੀ ਗਾਮਾ। ਇਹ ਸਿਫਰਾਂ ਦੇ ਨਾਮ ਰੱਖਤੇ, ਜਿਵੇਂ ਆਪਾਂ ਕਹਿ ਸਕਦੇ ਹਾਂ XYZ, ਠੀਕ ਹੈ, ਜਾਂ ਕੋਈ ABC ਰੱਖ ਲਓ, ਤੁਹਾਡੀ ਮਰਜ਼ੀ ਜਿਹੜਾ ਤੁਸੀਂ ਰੱਖਣਾ ਚਾਹੁੰਦੇ ਹੋ। ਤਾਂ ਜ਼ਿਆਦਾਤਰ ਇਹੀ ਰੱਖੇ ਜਾਂਦੇ ਅਲਫਾ ਬੀਟਾ ਗਾਮਾ। ਤਾਂ ਇਹਨਾਂ ਦਾ ਜਿਹੜਾ ਜੋੜ ਹੋਊਗਾ ਕੀ ਹੋਊਗਾ, ਜਿਵੇਂ ਆਪਾਂ ਕਰਦੇ ਹੁੰਦੇ ਸੀ 2 ਘਾਤੀ ਬਹੁਪਦ ਦੇ ਵਿੱਚ ਵੱਡੀ ਘਾਤ ਕਿੰਨੀ ਹੈ 3, ਉਸ ਤੋਂ ਛੋਟੀ ਘਾਤ ਕਿੰਨੀ ਹੈ 2, ਉਸ ਦਾ ਜਿਹੜਾ ਗੁਣਾਂਕ ਹੁੰਦਾ ਉਸ ਦੇ ਨਾਲ ਕੀ ਲਾਉਣਾ -b ਬਟਾ a, -b ਬਟਾ a। ਇਹ ਕਿੰਨਾ ਸਾਡੇ ਕੋਲੇ ਜਿਹੜਾ ਦਾ ਗੁਣਾਂਕ ਹੈ, ਠੀਕ ਹੈ, ਵੱਡੀ ਘਾਤ ਦਾ। ਤਾਂ ਪਹਿਲੀ ਸਿਫਰ ਸਾਨੂੰ ਕਿੰਨੀ ਦਿੱਤੀ ਹੋਈ ਹੈ 0, ਦੂਸਰੀ ਸਿਫਰ ਵੀ ਸਾਨੂੰ ਕੀ ਦਿੱਤੀ ਹੋਈ ਹੈ 0, ਔਰ ਕੀ ਬਚ ਗਿਆ ਸਾਡੇ ਕੋਲੇ ਅੱਗੇ ਗਾਮਾ। ਤਾਂ ਗਾਮਾ ਦੀ ਵੈਲਿਊ ਕੀ ਆ ਗਈ -b ਬਟਾ a, ਯਾਨੀ ਤੀਸਰੀ ਸਿਫਰ ਸਾਨੂੰ ਪੁੱਛੀ ਹੋਈ ਸੀ ਉਸ ਦੀ ਵੈਲਿਊ ਕਿੰਨੀ ਹੈ -b ਬਟਾ a। ਤਾਂ ਇਹ ਸਾਡਾ ਕੀ ਹੈ ਰਾਈਟ ਆਨਸਰ ਹੈ। ਚਲੋ ਨੈਕਸਟ ਕੁਐਸਚਨ ਕਰਦੇ ਹਾਂ ਹੁਣ। p ਦੇ ਕਿਹੜੇ ਮੁੱਲ ਦੇ ਲਈ ਹੇਠਾਂ ਦਿੱਤੇ ਸਮੀਕਰਨ ਜੋੜੇ ਦਾ ਇੱਕ ਵਿਲੱਖਣ ਹੱਲ ਹੋਵੇਗਾ। ਤਾਂ ਵਿਲੱਖਣ ਹੱਲ ਕਦੋਂ ਹੁੰਦਾ ਹੈ, ਜਦੋਂ ਪਹਿਲੇ 2 ਦਾ ਜਿਹੜਾ ਅਨੁਪਾਤ ਹੁੰਦਾ ਹੈ a1 ਬਟਾ a2 ਉਹ ਬਰਾਬਰ ਨਹੀਂ ਹੁੰਦਾ ਕਿਸ ਦੇ b1 ਬਟਾ b2 ਦੇ।
ਤਾਂ ਪਹਿਲੇ ਦੋ ਦਾ ਜਿਹੜਾ ਅਨੁਪਾਤ x ਦੇ ਗੁਣਾਕ ਹੈ ਜਿਹੜੇ ਉਹ ਲਾਉਣੇ ਆ 4/2, ਉਹ ਬਰਾਬਰ ਨਹੀਂ ਹੋਣਾ ਚਾਹੀਦਾ ਕਿਸ ਦੇ, ਜਿਹੜੇ y ਦੇ ਗੁਣਾਕ ਹੈ। y ਦਾ ਗੁਣਾਕ ਇੱਥੇ ਕਿੰਨਾ p ਔਰ ਹੇਠਾਂ ਕਿੰਨਾ ਸੀਗਾ 2। ਤਾਂ 2 ਨਾਲ 2 ਕੱਟਣਾ, ਡਾਇਰੈਕਟ ਕੱਟ ਦੋ, ਨਹੀਂ ਆਪਾਂ ਮਲਟੀਪਲਾਈ ਕਰਕੇ ਕੱਟ ਲਾਂਗੇ। ਇਹਦੇ ਨਾਲ ਮਲਟੀਪਲਾਈ ਕਰ ਦੋ, ਇਧਰੋਂ ਇੱਧਰ ਮਲਟੀਪਲਾਈ ਕਰ, 2p ਬਰਾਬਰ ਨਹੀਂ ਹੋਣਾ ਚਾਹੀਦਾ 4 ਦੂਣੀ 8 ਦੇ, ਠੀਕ ਹੈ। ਔਰ p ਕਿਸ ਦੇ ਬਰਾਬਰ ਨਹੀਂ ਹੋਣਾ ਚਾਹੀਦਾ 8/2, ਆ 2 ਬਟੇ ਚਲਾ ਜਾਊਗਾ, ਕੱਟ ਦੋ 4 ਦੇ। ਤਾਂ p ਕਿਸ ਦੇ ਬਰਾਬਰ ਨਹੀਂ ਹੋਣਾ ਚਾਹੀਦਾ 4 ਦੇ। ਇਹ ਸਾਡਾ ਰਾਈਟ ਆਨਸਰ ਹੈ, ਦੇਖੋ ਸੈਕੰਡ ਆਪਸ਼ਨ। ਅੱਗੇ ਸਾਡਾ ਕੁਐਸਚਨ ਹੈ, ਜੇਕਰ ਦੋ ਰੇਖੀ ਸਮੀਕਰਨਾਂ ਦੇ ਜੋੜੇ ਅਸੰਗਤ ਹੋਣ ਤਾਂ ਗ੍ਰਾਫ ਤੇ ਰੇਖਾਵਾਂ ਕੀ ਹੋਣਗੀਆਂ। ਤਾਂ ਉਹ ਦੇਖੋ ਜਦੋਂ ਇੱਕ ਬਿੰਦੂ ਤੇ ਕੱਟਦੀਆਂ ਹੁੰਦੀਆਂ ਦੋ ਰੇਖਾਵਾਂ ਤਾਂ ਸਾਡੇ ਕੋਲੇ ਹੁੰਦਾ ਇੱਕ ਵਿਲੱਖਣ ਹੱਲ। ਕੀ ਹੁੰਦਾ, ਇੱਕ ਵਿਲੱਖਣ ਹੱਲ, ਇੱਕ ਹੱਲ ਹੁੰਦਾ ਹੈ। ਜਦੋਂ ਦੋਨੋਂ ਰੇਖਾਵਾਂ ਨਹੀਂ ਕੱਟਦੀਆਂ, ਸਮਾਂਤਰ ਹੁੰਦੀਆਂ, ਜਾਂ ਪਹਿਲਾਂ ਸੰਪਾਤੀ ਵਾਲਾ ਕਰ ਲੈਂਦੇ, ਪਹਿਲਾਂ ਕੀ ਕਰ ਲੈਂਦੇ ਸੰਪਾਤੀ। ਪਹਿਲੀ ਰੇਖਾ ਇਹ ਸੀ, ਦੂਜੀ ਰੇਖਾ ਵੀ ਉਹਦੇ ਉੱਪਰ ਹੀ ਬਣ ਜਾਂਦੀ ਹੈ, ਉਦੋਂ ਅਸੀਂ ਕਹਿੰਦੇ ਇਹਨਾਂ ਨੂੰ ਸੰਪਾਤੀ ਰੇਖਾਵਾਂ। ਔਰ ਅਨੇਕਾਂ ਹੱਲ, ਉਦੋਂ ਕੀ ਹੁੰਦੇ ਆ ਅਨੇਕ ਹੱਲ, ਕਿਉਂਕਿ ਅਨੇਕ ਬਿੰਦੂ ਸਾਂਝੇ ਦੋਨਾਂ ਰੇਖਾਵਾਂ ਦੇ ਵਿੱਚ ਆ ਦੇਖੋ, ਠੀਕ ਹੈ। ਜਦੋਂ ਰੇਖਾਵਾਂ ਹੁੰਦੀਆਂ ਸਮਾਂਤਰ, ਨਹੀਂ ਕੱਟਦੀਆਂ ਇੱਕ ਦੂਜੇ ਨੂੰ ਅੱਗੇ ਵਧਾਉਣ ਤੇ, ਉਦੋਂ ਲਿਖਦੇ ਅਸੀਂ ਕੋਈ ਹੱਲ ਨਹੀਂ, ਕੋਈ ਹੱਲ ਨਹੀਂ, ਠੀਕ ਹੈ। ਜਦੋਂ ਕੋਈ ਰੇਖੀ ਜੋੜੇ ਦਾ ਹੱਲ ਆਉਂਦਾ ਹੈ, ਜਾਨੀ ਜਾਂ ਤਾਂ ਇੱਕ ਹੱਲ ਹੋਵੇ ਜਾਂ ਅਨੇਕ ਹੱਲ ਹੋਣ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਸਮੀਕਰਨ ਜੋੜਾ ਕੀ ਹੈ, ਸੰਗਤ ਹੈ। ਸਮੀਕਰਨ ਜੋੜਾ ਸੰਗਤ ਹੈ, ਜਾਨੀ ਕੰਸਿਸਟੈਂਟ ਹੈ। ਔਰ ਜਦੋਂ ਦੋਨੋਂ ਰੇਖਾਵਾਂ ਸਮਾਂਤਰ ਹੁੰਦੀਆਂ, ਕੋਈ ਉਹਨਾਂ ਦੇ ਵਿੱਚ ਹੱਲ ਨਹੀਂ ਨਿਕਲਦਾ, ਉਦੋਂ ਅਸੀਂ ਕਹਿੰਦੇ ਹਾਂ ਜਿਹੜਾ ਸਮੀਕਰਨ ਜੋੜਾ ਹੈ ਉਹ ਅਸੰਗਤ ਹੈ, ਜਾਨੀ ਇਨਕਨਸਿਸਟੈਂਟ ਹੈ। ਤਾਂ ਇਹ ਸਾਡੇ ਕੋਲੇ ਯਾਦ ਰੱਖਣ ਯੋਗ ਗੱਲ ਹੈ ਇਸ ਦੇ ਵਿੱਚ ਬੇਟਾ। ਜਦੋਂ ਇੱਕ ਬਿੰਦੂ ਤੇ ਕੱਟਦੇ ਇੱਕ ਹੱਲ ਹੁੰਦਾ ਔਰ ਜੋ ਸਮੀਕਰਨ ਜੋੜਾ ਕੀ ਰਹੂਗਾ, ਸੰਗਤ ਰਹੂਗਾ। ਔਰ ਜਦੋਂ ਅਣਗਿਣਤ ਉਹਨਾਂ ਦੇ ਵਿੱਚ ਬਿੰਦੂ ਸਾਂਝੇ ਹੁੰਦੇ ਆ, ਰੇਖਾਵਾਂ ਸੰਪਾਤੀ ਹੁੰਦੀਆਂ ਜਾਨੀ, ਤਾਂ ਉਦੋਂ ਅਨੇਕ ਹੱਲ ਹੁੰਦੇ ਆ, ਉਦੋਂ ਕੀ ਹੁੰਦੇ ਆ ਅਨੇਕ ਹੱਲ, ਔਰ ਸਮੀਕਰਨ ਜੋੜਾ ਕੀ ਹੋਊਗਾ, ਸੰਗਤ ਹੋਊਗਾ। ਅਸੰਗਤ ਜਿਹੜਾ ਸਮੀਕਰਨ ਜੋੜਾ ਇਨਕਨਸਿਸਟੈਂਟ ਇੱਕੋ ਹੀ ਕੇਸ ਦੇ ਵਿੱਚ ਹੁੰਦਾ ਹੈ, ਜਦੋਂ ਉਹ ਸਮੀਕਰਨਾਂ ਦਾ ਕੋਈ ਹੱਲ ਨਹੀਂ ਨਿਕਲਦਾ। ਤਾਂ ਦੇਖੋ ਸਾਨੂੰ ਕੁਐਸਚਨ ਦੇ ਵਿੱਚ ਕੀ ਕਿਹਾ ਸੀ, ਜੇਕਰ ਦੋ ਰੇਖੀ ਸਮੀਕਰਨਾਂ ਦੇ ਜੋੜੇ ਅਸੰਗਤ ਹੋਣ। ਹੁਣ ਅਸੰਗਤ ਦੀ ਗੱਲ ਹੋਈ ਤਾਂ ਸਾਨੂੰ ਪਤਾ ਹੈ ਰੇਖਾਵਾਂ ਕੀ ਹੋਣਗੀਆਂ, ਸਮਾਂਤਰ ਹੋਣਗੀਆਂ। ਤਾਂ ਸਾਡਾ ਰਾਈਟ ਆਨਸਰ ਆ ਗਿਆ, ਬਿਲਕੁਲ ਆਸਾਨ ਕੁਐਸਚਨ। ਅੱਗੇ ਚੱਲਦੇ ਹਾਂ, ਨੈਕਸਟ ਕੁਐਸਚਨ। P ਦੇ ਕਿਸ ਮੁੱਲ ਦੇ ਲਈ ਜਿਹੜੇ ਸਾਡੇ ਕੋਲ ਤਿੰਨ ਬਿੰਦੂ ਹੈ ਉਹ ਇੱਕ ਰੇਖਾ ਤੇ ਹੋਣਗੇ। ਤਾਂ ਇਸ ਕੁਐਸਚਨ ਨੂੰ ਕਰਨ ਦੇ ਲਈ ਬੇਟਾ ਇੱਕ ਗੱਲ ਯਾਦ ਰੱਖੋ, ਦੋ ਤਿੰਨ ਮੈਥਡ ਨਾਲ ਕਰ ਸਕਦੇ ਹਾਂ। ਇੱਕ ਤਾਂ ਟ੍ਰਾਇੰਗਲ ਦਾ ਏਰੀਆ ਬਰਾਬਰ 0 ਰੱਖਦੇ ਹਾਂ, ਇੱਕ ਤੁਹਾਨੂੰ ਮੈਥਡ ਮੈਂ ਸ਼ਾਰਟਕਟ ਅੱਜ ਦੱਸਣ ਲੱਗਿਆਗਾ, ਉਹ ਆਸਾਨ ਹੈ ਥੋੜਾ ਜਿਹਾ। ਕੀ ਕਰਨਾ, ਦੇਖੋ ਇੱਕ ਬਿੰਦੂ ਦੇ ਵਿੱਚ P ਹੈ, ਤੁਸੀਂ ਦੇਖੋ ਬਾਕੀ ਕਿਸੇ ਬਿੰਦੂ ਦੇ ਵਿੱਚ P ਹੈ ਨਹੀਂਗਾ, ਹੈ ਨਾ। ਪਹਿਲਾਂ ਤੁਸੀਂ ਇੱਥੇ ਕੀ ਕਰਨਾ ਹੈ, ਇੱਕ ਮੈਥਡ ਹੁੰਦਾ ਸਾਡਾ y2 - y1 / x2 - x1, ਸਲੋਪ ਹੁੰਦਾ ਲਾਈਨ ਦਾ। ਤਾਂ +1 ਦੇ ਵਿੱਚ ਇਹ ਫਾਰਮੂਲਾ ਯੂਜ਼ ਕੀਤਾ ਜਾਂਦਾ। ਆਪਾਂ ਜਿਹੜਾ ਆਪਣਾ ਪਹਿਲਾ ਸਮੈਸਟਰ ਹੈ ਉਹਦੇ ਵਿੱਚ ਅਸੀਂ ਮਲਟੀਪਲ ਕੁਐਸਚਨ ਜੇ ਸਾਨੂੰ ਆਉਣਗੇ, 4 ਉੱਤਰ ਦਿੱਤੇ ਹੋਣਗੇ, ਅਸੀਂ ਉੱਤਰ ਹੀ ਪਾ ਲੈਣਾ ਹੈਗਾ। ਤਾਂ ਸਾਨੂੰ ਜ਼ਿਆਦਾ ਸੋਲਵ ਕਰਨ ਦੇ ਚੱਕਰ 'ਚ ਨਹੀਂ ਪੈਣਾ, ਅਸੀਂ ਸ਼ਾਰਟਕਟ ਕਰਦੇ ਹਾਂ, ਠੀਕ ਹੈ। ਕੀ ਕਰੋ, ਸਭ ਤੋਂ ਪਹਿਲਾਂ ਤੁਸੀਂ ਬੇਟਾ ਕੀ ਕਰਨਾ ਹੈ, ਜਿਹੜਾ x ਹੈਗਾ ਨਾ, x ਵਾਲੇ ਦੋਨੋਂ ਪੁਆਇੰਟ ਇਹਨਾਂ ਨੂੰ ਘਟਾਉਣਾ ਹੈ। -5 ਚੋਂ ਕਿੰਨਾ ਘਟਾਉਣਾ ਹੈ, 1, ਠੀਕ ਹੈ। ਫਿਰ ਤੁਸੀਂ y ਵਾਲੀ ਵੈਲਿਊ, ਜੇ ਪਹਿਲੇ ਪੁਆਇੰਟ ਦੀ y ਵਾਲੀ ਵੈਲਿਊ ਔਰ ਦੂਸਰੇ ਪੁਆਇੰਟ ਦੀ y ਵਾਲੀ ਵੈਲਿਊ ਨੂੰ ਘਟਾਉਣਾ ਹੈ। ਇਹ ਕੰਮ ਕਰਨਾ ਤੁਸੀਂ, ਕੋਈ ਦੋ ਪੁਆਇੰਟ ਲੈ ਲੈਣੇ, ਇੱਕ P ਵਾਲਾ, ਇੱਕ ਭਾਵੇਂ ਤੀਸਰਾ ਲੈ ਲੈਂਦੇ ਤੁਸੀਂ। ਆਪਾਂ ਪਹਿਲੇ ਦੋ ਪੁਆਇੰਟ ਲੈ ਲਏ, ਬਰਾਬਰ ਕਾਹਦੇ ਰੱਖਣਾ ਹੈ। ਹੁਣ ਕੀ ਕਰਨਾ ਹੈ, ਉੱਪਰ ਵਾਲੀ ਵੈਲਿਊ ਸੇਮ ਰੱਖ ਲਓ, ਪਹਿਲਾ ਪੁਆਇੰਟ ਔਰ ਤੀਸਰਾ ਪੁਆਇੰਟ ਚੱਕਦੇ ਹਾਂ ਜਿਨ੍ਹਾਂ ਦੇ ਵਿੱਚ P ਨਹੀਂ ਹੈਗਾ। ਪਹਿਲਾਂ x ਵਾਲੀ ਵੈਲਿਊ ਨੂੰ ਘਟਾਉਣਾ ਹੈ, ਪਹਿਲਾਂ ਕੀ ਕਰਨਾ, x ਵਾਲੀ ਵੈਲਿਊ ਨੂੰ ਹੀ ਘਟਾਉਣਾ। -5 ਚੋਂ ਕਿੰਨਾ ਘਟਾਵਾਂਗੇ ਅਸੀਂ, 4। ਫਿਰ ਅਸੀਂ ਕੀ ਕਰਾਂਗੇ, 1 ਚੋਂ ਕੀ ਘਟਾਵਾਂਗੇ, y ਵਾਲੀ ਵੈਲਿਊ ਚੋਂ -2। ਇਹ ਤੁਸੀਂ ਸਬਟ੍ਰੈਕਸ਼ਨ ਕਰਨੀ ਹੈ, ਇਹ ਚੀਜ਼ ਸਿੱਖਣੀ ਹੈ ਪਹਿਲਾਂ, ਠੀਕ ਹੈ। ਬਿਲਕੁਲ ਆਸਾਨ ਹੈ ਇਹ, ਲੱਗਦਾ ਤੁਹਾਨੂੰ ਸਮਝ ਆ ਗਿਆ ਹੋਊਗਾ। ਪਹਿਲਾਂ ਕੀ ਕਰਨਾ, ਦੇਖੋ ਮੈਂ ਤੁਹਾਨੂੰ ਰਿਪੀਟ ਕਰਦਾ, x ਵਾਲੀ ਵੈਲਿਊ ਨੂੰ ਘਟਾਉਣਾ ਹੈਗਾ ਪਹਿਲੇ ਦੋ ਪੁਆਇੰਟਾਂ 'ਚ, ਫਿਰ y ਵਾਲੀ ਵੈਲਿਊ ਨੂੰ ਘਟਾਉਣਾ, ਦੋਨਾਂ ਨੂੰ ਵੱਟੇ ਕਰ ਦੇਣਾ। ਫਿਰ ਕੋਈ ਦੋ ਪੁਆਇੰਟ ਇਹੋ ਜਿਹੇ ਸਿਲੈਕਟ ਕਰ ਲਓ ਜਿਨ੍ਹਾਂ ਵਿੱਚ P ਨਹੀਂ ਹੈਗਾ, ਥੋੜਾ ਈਜ਼ੀ ਹੋ ਜਾਂਦਾ, ਦੋਨਾਂ ਪਾਸੇ P ਨਹੀਂ ਆਉਣਾ, ਇੱਕ ਥਾਂ 'ਤੇ ਆਇਆ ਦੇਖੋ, ਹੈ ਨਾ। ਤਾਂ ਉਸੇ ਤਰ੍ਹਾਂ ਹੀ ਪਹਿਲਾਂ x ਵਾਲੀ ਵੈਲਿਊ ਨੂੰ ਘਟਾਉਣਾ, ਬਟਾ y ਵਾਲੀ ਵੈਲਿਊ ਨੂੰ ਘਟਾਉਣਾ। ਇਹਨੂੰ ਸੋਲਵ ਕਰ ਦਿਓ, P ਦੀ ਵੈਲਿਊ ਆ ਜੂਗੀ। ਕਿੰਨਾ ਆ ਗਿਆ ਸਾਡੇ ਕੋਲ, ਦੇਖੋ ਉੱਪਰ ਬਚ ਗਿਆ -5 ਤੇ -1, ਇਹ ਆ ਗਿਆ -6 ਬਟਾ 1 P ਬਰਾਬਰ -5 ਤੇ -4 ਹੋ ਗਿਆ -9, ਮਾਈਨਸ ਤੇ ਮਾਈਨਸ ਆ ਹੇਠਾਂ ਪਲੱਸ ਹੋ ਜਾਣਗੇ, 1 + 2। ਤਾਂ ਇਹ ਸਾਡੇ ਕੋਲ ਆ ਗਈ ਵੈਲਿਊ, ਆ ਗਈ -6 ਬਟਾ 1 P ਬਰਾਬਰ ਆ ਗਿਆ -9/3। ਇਹਨੂੰ ਕੱਟ ਦਾਂਗੇ, 3 ਤੀਏ 9, ਮਾਈਨਸ ਨਾਲ ਮਾਈਨਸ ਕੱਟਣੀ ਇੱਧਰ ਕੱਟ ਸਕਦੇ ਹਾਂ, 3 ਨਾਲ 6 ਵੀ ਕੱਟਿਆ ਜਾਊਗਾ। ਗੁਣਾ ਕਰ ਦਿਓ, ਕ੍ਰੋਸ ਮਲਟੀਪਲਾਈ ਜਿਵੇਂ ਆਪਾਂ ਕਰਦੇ ਹੁੰਦੇ। 6 ਦੀ ਗੁਣਾ 1 ਨਾਲ ਕਰਾਂਗੇ, 3 ਦੀ ਗੁਣਾ ਇੱਧਰ ਕਰਾਂਗੇ, 3 × 3, 3 ਦੀ P ਨਾਲ ਗੁਣਾ ਕਰੀ 3P, 6 ਦੀ 1 ਨਾਲ ਗੁਣਾ ਕਰੀ 6 × 6। ਤਾਂ -3P ਦੀ ਵੈਲਿਊ ਕਿੰਨੀ ਆ ਗਈ, ਆ 3 ਉੱਧਰ ਜਾ ਕੇ ਘਟ ਜਾਏਗਾ, 6 ਚੋਂ 3 ਘਟਾਏ ਬਚ ਗਏ 3, 6 ਚੋਂ 3 ਘਟਾਏ ਕਿੰਨੇ ਬਚ ਗਏ 3। P ਦੀ ਵੈਲਿਊ ਆ ਗਈ 3/-3, ਤਾਂ ਕੱਟ ਕੇ 3 × 3 -1 ਆ ਗਈ। ਤਾਂ ਇਹ ਸਾਡਾ ਕੀ ਹੈ, ਆਨਸਰ ਹੈ। ਨੈਕਸਟ ਪੇਜ ਦੇ ਉੱਪਰ ਇਹਦੇ ਆਨਸਰ ਦਿੱਤੇ ਹੋਏ ਸੀ ਬੇਟਾ, P ਦੀ ਵੈਲਿਊ ਕਿੰਨੀ ਹੈ, -1। ਤਾਂ ਆਸਾਨ ਜਿਹਾ ਇਹ ਮੈਥਡ ਸੀ, ਇਸ ਨੂੰ ਤੁਸੀਂ ਨੋਟ ਡਾਊਨ ਕਰ ਲਓ ਤਾਂ ਕਿ ਸਕਰੀਨਸ਼ਾਟ ਲੈ ਲਓ, ਤੁਸੀਂ ਇਸ ਨੂੰ ਈਜ਼ੀਲੀ ਯਾਦ ਰੱਖ ਸਕੋ। ਪਹਿਲਾਂ x ਵਾਲੀ ਵੈਲਿਊ ਨੂੰ ਘਟਾਉਣਾ ਹੈ, ਫਿਰ y ਵਾਲੀ ਵੈਲਿਊ ਨੂੰ ਘਟਾਉਣਾ, ਬਟੇ ਕਰਨਾ। ਇਹੀ ਕਨਸੈਪਟ ਇਹਦੇ ਵਿੱਚ ਆਪਾਂ ਯੂਜ਼ ਕੀਤਾ, ਠੀਕ ਹੈ।
चलो नैक्सट क्वेश्चन है दूरी पता करनी। दूरी सूत्र की होंगे तो याद होगा, दूरी सूत्र अपने को होंगे x2 माइनस x1 स्केयर प्लस y2 माइनस y1 स्केयर। पहला साडे कोले जिहड़ी वैल्यू है x की वैल्यू ये है cos फाई, इस दे विचों असीं दूसरी जिहड़ी x की वैल्यू है कितनी है 0 उसनूं माइनस करना है और उसका स्केयर करना है। इस तरह फिर y2 माइनस y1 पहले दे विच साडे कोल जिहड़ी y की वैल्यू 0 है, ये असीं अगे पिछे भी कर सकते होंगे, जरूरी नहीं असीं इस cos चों आ 0 घटाने, 0 चों असीं cos भी घटा सकते हैं। ठीक है, ये कोई चक्कर वाली गल नहीं, जानी x वाली वैल्यू जो x वाली वैल्यू घटानी है, y वाली चों y वाली वैल्यू घटानी, फिर उसका की करना है स्केयर करना है। हुण 0 चों की माइनस किया साइन, पहला x चों 0 माइनस की, फिर 0 चों साइन माइनस किया, यानी x वाली वैल्यू नूं और y वाली वैल्यू नूं घटा के उसका स्केयर करना, फिर उसका की है सारे का स्केयर रूट। तो ये हो गया cos स्केयर फाई, इत्थे हो गया साइन स्केयर फाई, एक थीटा होंदा एक फाई होंदा, ये सिंपल है कि बेटा मैथ दे विच यूज करते हैं आप। देखो थीटा होंदा हैगा, फाई होंदा हैगा, इसी तरह एक शाई भी होंदा हैगा इस तरीके नाल, एक गजाई होंदा हैगा इस तरीके नाल, एक ही साइन है डेल्टा होंदा जिवें, ये असीं मैथ दे विच यूज करते हैं। इसी तरह एक फाई भी होंदा। ठीक है, cos स्केयर फाई प्लस साइन स्केयर फाई, इसकी वैल्यू कितनी है 1, और 1 का स्केयर रूट कितना होंदा हैगा 1 होंदा है, क्योंकि cos स्केयर प्लस साइन स्केयर की वैल्यू कितनी होंदी है 1 होंदी है। cos स्केयर थीटा प्लस साइन स्केयर थीटा कितना होंदा है 1 होंदा है, और 1 का स्केयर रूट कितना आ गया 1। इसका राइट आंसर की सी 1 सी। अगे चलते हैं अगला क्वेश्चन, जे एक ठोस बेलन विचों एक बराबर व्यास अते उचाई वाला एक शंकु कट दिता जाए तो बाकी ठोस का आयतन पता करो। तो बिल्कुल ही आसान क्वेश्चन है ये। देखो जिहड़ा बेटा सिलेंडर हुंदा एक, इस तरीके नाल आपां उसनूं ड्रॉ करते हैं। मान लो ये साडे कोल एक सिलेंडर हैगा, ठीक है, और उससे आधार का, यानी उन्होंने कहा उससे आधार का एक शंकु उस विचों कट दिता गया है। ये क्वेश्चन हैगा, मान लो इत्थों असीं एक शंकु इस तरीके नाल कट दईए, ठीक है, तो यह जो बाकी बच गया वो ठोस का सानू वॉल्यूम पूछा हुआ है। तो एक छोटी जी गल है, जो आयतन होंदा है वॉल्यूम होंदा है बेलन का, वो पाई आर स्केयर एच होंदा है। और सानू पता है जो सेम आधार उही आधार तो उही उचाई का, जो मान लो आधार कितना सीगा अर्ध व्यास कितना सी आर और उचाई कितनी है एच है। तो शंकु का जो आयतन होंदा वो तीजा हिस्सा होंदा 1/3 हिस्सा होंदा है। कितना हिस्सा होंदा 1/3, यानी पूरे एक हिस्से चों असीं 1/3 नूं जे असीं माइनस करते हैं तो 3 साडे कोल एलसीएम आ गया, 3 एकम 3 माइनस 1 ये आ गया 2/3। तो बाकी हिस्सा कितना बचूगा 2/3, यानी पूरा हिस्सा पाई आर स्केयर माइनस एच सी, उस दे विचों उसका तीसरा हिस्सा यानी 1/3 कट देंगे तो कितने हिस्से बचणगे 2 हिस्से बचणगे 2/3। पूरे हिस्से मान लो अपने को 3 हिस्से हो गए, एक हिस्सा असीं छड्डता 1/3, तो साडे कोल कितना बच गया 2/3 पाई आर स्केयर एच। तो ये सिंपल जिहा क्वेश्चन सी, थर्ड ऑप्शन इसका की है राइट आंसर। तो इसनूं तुसीं माइनस ही करना सी। सिलेंडर के आयतन के विचों शंकु का जो आयतन है उसनूं असीं माइनस करते हैं, एक चों 1/3 घटाउने तो कितना बचदा 2/3 पाई आर स्केयर एच साडे कोले बच गया। अगला क्वेश्चन है, पहलियां 10 अभाज्य संख्यावां की मध्यका पता करो। तो पहला असीं अभाज्य संख्यावां लिखते हैं, जिहड़ियां पहलियां 10 होणगियां उन्होंने पहला राइट डाउन करते हैं किहड़ियां होणगियां। पहला देखो अभाज्य संख्या जिहड़ी सब तो छोटी है 2 तो शुरू होंदियां, ये 2 किसी के पहाड़े च नहीं आउंदी, फिर 3 एक नूं असीं अभाज्य संख्या नहीं लेना हुंदा, एक जिहड़ा बेटा हुंदा वो यूनिट नंबर हुंदा हैगा, अभाज्य संख्या नहीं हुंदी। 2 3 फिर 5 फिर 7 फिर 11 उस तो बाद 13 उस तो बाद 17 17 तो बाद 19 19 तो बाद हुंदा 23 23 तो बाद साडे कोल आ जाएगा 29। तो ये देखो तुहाडे कोल कितनियां हो गईयां 10 हो गईयां। इन्हां नूं असेंडिंग ऑर्डर च लिखना हुंदा। मध्यका जो असीं पता करते हैं सब तो पहले चढ़दे क्रम च, वाधे क्रम च, पहले वाधे क्रम दे विच हैगीआं, तो मिडल टर्म असीं देखनी हुंदी है, जिहड़ी विचकारली टर्म है। बिल्कुल देखो 4 असीं इधरों छड्ड रहे हैं, 4 असीं इधरों छड्ड रहे हैं, विचकार साडे कोल 2 टर्मां बच रहीआं इत्थे। जे ये साडे कोल 9 हुंदियां, इत्थे 10 है ना, 9 हुंदियां तो साडे कोल विचाले एक टर्म बचनी सीगी। मान लो साडा ये क्वेश्चन हुंदा 9 पहलियां 9 अभाज्य संख्यावां की मध्यका पता करो, तो साडे कोल 23 तक ही हुंदियां। तो असीं साडे कोल असीं इसनूं इस तरीके नाल लिखदे, मैं तुहानूं तां क्लीयर कर रहा बेटा, कई बार सानूं 9 वाला क्वेश्चन भी आ सकदा है ना, तो उदों क्वेश्चन नूं किवें करना, हुण असीं किवें करांगे। देखो दोनों 'च फर्क बड़ा है। जे साडे कोल क्वेश्चन ये हुंदा पहलियां 9 अभाज्य संख्यावां की मध्यका पता करो, तो साडे कोल 4 असीं इधरों छड्डदे, 4 असीं इधरों छड्डदे, तो 11 साडे कोल की बननी सी मध्यका। कदों जदों 9 अभाज्य संख्या जानी टांक की गल होगी, 9 अभाज्य संख्या जे सानूं गिनती है जिहड़ी उन्हां दी ऑड नंबर दिता होगा यानी टांक दिता होगा, उदों तां क्वेश्चन बड़ा ईजी हुंदा है। जिहड़ी विचकारली टर्म है वो इक्को ही बचदी हुंदी है, यही साडी की हुंदी है मध्यका हुंदी है। जो 2 बचदियां, हुण जो ईवन की गल हुई है 10 की गल हुई है, 10 अभाज्य संख्या में, हुण आपां अपने क्वेश्चन ते आउणे आ, तो उदों देखो तुहाडे कोले विचकार कितनियां बच गईयां 2 बच गईयां, तो उदों जिहड़ी मध्यका होगी उहदा मैथड की है, दोनों नूं तुसीं जोड़ करना है और 2 ते भाग कर देना, डिवाइड कर देना, इन्हां दा मीन लेना हुंदा, इन्हां दा औसत लेना हुंदा। 11 ते 13 नूं जोड़ांगे 2 ते भाग करांगे, ये बन गया 24/2, कट के कितना आ गया साडे कोले 12, कितना आ गया कैंसल करके 12 12 साडा की है राइट आंसर। तो इस तरीके क्वेश्चन करना है, जो सानू की दिता होगा
ਈਵਨ ਨੰਬਰ ਦਿੱਤਾ ਹੋਊਗਾ 10 ਹੈ ਭਾਈ ਸੰਖਿਆਵਾਂ ਦੀ ਗੱਲ ਕਰੀਏ ਜਦੋਂ ਜਿਸਤ ਦੀ ਗੱਲ ਹੋਊਗੀ, ਠੀਕ ਹੈ, ਤਾਂ ਉਦੋਂ ਵਿਚਕਾਰ 2 ਬਚਦੀਆਂ ਔਰ 2 ਦਾ ਕੀ ਕੱਢਣਾ ਹੁੰਦਾ ਹੈ, ਮੀਨ ਕੱਢਣਾ ਹੁੰਦਾ ਹੈ। ਅਗਲਾ ਜਿਹੜਾ ਕੁਐਸਚਨ ਹੈ ਦੇਖੋ 19ਵਾਂ ਕੁਐਸਚਨ, ਭਿੰਨ ਰੂਪ ਵਿੱਚ ਲਿਖਣਾ ਹੈਗਾ ਸਾਨੂੰ। ਅਸੀਂ ਫ੍ਰੈਕਸ਼ਨ ਸਾਨੂੰ ਦਿੱਤੀ ਹੋਈ ਹੈ ਡੈਸੀਮਲ ਫ੍ਰੈਕਸ਼ਨ, ਅਸੀਂ ਭਿੰਨ ਰੂਪ 'ਚ ਲਿਖਣਾ ਹੈਗਾ। ਇਸ ਦੇ ਲਈ ਬੇਟਾ ਇੱਕ ਫਾਰਮੂਲਾ ਤੁਸੀਂ ਯਾਦ ਰੱਖੋ, ਮੈਂ ਲਿਖ ਰਿਹਾ ਉਸ ਨੂੰ। ਕੀ ਲਿਖੋ? ਪੂਰੀ ਸੰਖਿਆ ਬਿਨਾਂ ਬਾਰ ਅਤੇ ਦਸ਼ਮਲਵ ਤੋਂ, ਬਿਨਾਂ ਬਾਰ ਅਤੇ ਦਸ਼ਮਲਵ ਤੋਂ, ਇਹ ਗੱਲ ਯਾਦ ਰੱਖਣੀ ਪਹਿਲਾਂ, ਬਿਨਾਂ ਬਾਰ ਨਹੀਂ ਲਾਉਣਾ ਔਰ ਅਤੇ ਦਸ਼ਮਲਵ ਤੋਂ ਜਿਹੜਾ ਪੁਆਇੰਟ ਹੈ ਉਹ ਵੀ ਨਹੀਂ ਲਾਉਣਾ, ਉਸ ਤੋਂ ਬਿਨਾਂ ਅਸੀਂ ਪੂਰੀ ਸੰਖਿਆ ਲਿਖਣੀ ਹੈ। ਉਸ ਦੇ ਵਿੱਚੋਂ ਮਾਈਨਸ ਅਸੀਂ ਕੀ ਕਰਨਾ ਹੈਗਾ, ਮਾਈਨਸ ਕਰਨਾ ਹੈ ਬਾਰ ਤੋਂ ਪਹਿਲਾਂ ਸੰਖਿਆ, ਬਾਰ ਤੋਂ ਪਹਿਲਾਂ ਸੰਖਿਆ, ਠੀਕ ਹੈ। ਔਰ ਬਟੇ ਕੀ ਲਾਉਣਾ ਉਹ ਮੈਂ ਤੁਹਾਨੂੰ ਦੱਸੂਗਾ, ਬਟੇ ਕੀ ਲੱਗਦਾ ਹੁੰਦਾ, ਠੀਕ ਹੈ। ਇਹ ਕੁਐਸਚਨ ਮਾਰਕ ਲਗਾਤਾ ਆਪਾਂ। ਤਾਂ ਇਹ ਇੱਕ ਮੈਥਡ ਹੈਗਾ ਜਿਹਦੇ ਨਾਲ ਅਸੀਂ ਡਾਇਰੈਕਟ ਅਸੀਂ ਦੱਸ ਸਕਦੇ ਹਾਂ ਵੀ ਡੈਸੀਮਲ ਫ੍ਰੈਕਸ਼ਨ ਕੀ ਬਣੂਗੀ। ਤਾਂ ਛੋਟਾ ਜਿਹਾ ਇਹ ਟੌਪਿਕ ਹੈ, ਇਸਨੂੰ ਆਪਾਂ ਕਲੀਅਰ ਕਰਦੇ ਹਾਂ। ਮੰਨ ਲਓ ਜੇ ਤਾਂ ਤੁਹਾਡੇ ਕੋਲ ਡਾਇਰੈਕਟ ਹੀ ਹੁੰਦਾ ਵੀ 0.25 ਹੈ, ਉਸਦਾ ਜਿਹੜਾ ਫ੍ਰੈਕਸ਼ਨ ਕੀ ਬਣੂਗੀ, ਅਸੀਂ ਲਿਖ ਦਿੰਦੇ 25/100, ਕਿਉਂਕਿ ਇਹਦੇ ਉੱਪਰ ਕੋਈ ਬਾਰ ਨਹੀਂ ਲੱਗੀ ਹੋਈ ਨਾ, ਉਹ ਤਾਂ ਇਹ ਅਸੀਂ ਡਾਇਰੈਕਟ ਹੀ ਕਰਨਾ ਹੁੰਦਾ। 25 ਚੌਕਾ 100 ਕੱਟ ਕੇ ਆ ਗਿਆ 1/4 ਜਿਹੜੀ ਬਣਦੀ ਹੈ ਫ੍ਰੈਕਸ਼ਨ। ਜਦੋਂ ਬਾਰ ਲੱਗੀ ਹੁੰਦੀ ਹੈ, ਮੰਨ ਕੇ ਚਲੋ ਹੁਣ ਅਸੀਂ ਕੱਢਣਾ ਸੀ, ਦੇਖੋ 231.155 ਦੇ ਉੱਪਰ ਮੰਨ ਲਓ ਬਾਰ ਲੱਗੀ ਹੋਈ ਹੈ, ਤਾਂ ਸਾਡਾ ਮੈਥਡ ਕੀ ਹੋਊਗਾ, ਅਸੀਂ ਪਹਿਲਾਂ ਬਿਨਾਂ ਬਾਰ ਤੋਂ ਸੰਖਿਆ ਲਿਖਾਂਗੇ ਸਾਡੀ 2315 ਔਰ ਮਾਈਨਸ ਕਰ ਦਾਂਗੇ ਬਾਰ ਤੋਂ ਪਹਿਲਾਂ ਸੰਖਿਆ ਕਿਹੜੀ 231, ਦਸ਼ਮਲਵ ਨੂੰ ਇੱਕ ਵਾਰ ਭੁੱਲ ਜਾਣਾ, ਠੀਕ ਹੈ। 2315 ਦੇ ਵਿੱਚੋਂ ਮਾਈਨਸ ਕੀ ਕਰਤਾ 231, ਪਹਿਲਾਂ ਅਸੀਂ ਸੰਖਿਆ ਲਿਖੀ ਬਿਨਾਂ ਬਾਰ ਤੇ ਬਿਨਾਂ ਦਸ਼ਮਲਵ ਤੋਂ, ਫਿਰ ਅਸੀਂ ਸੰਖਿਆ ਲਿਖਣੀ ਹੈ ਬਾਰ ਤੋਂ ਪਹਿਲਾਂ ਵਾਲੀ 231 ਔਰ ਬਟਾ ਕੀ ਕਰਨਾ ਹੈ, ਦੇਖੋ ਬਾਰ ਕਿੰਨੇ ਅੰਕਾਂ ਦੇ ਉੱਪਰ ਹੈ, ਦੇਖੋ ਤੁਸੀਂ 1 ਦੇ ਉੱਪਰ ਹੈ ਤਾਂ ਉਸ ਦਾ ਲਗਾਉਣਾ 9, ਜਿਨ੍ਹਾਂ ਦੇ ਉੱਪਰ ਬਾਰ ਨਹੀਂ ਹੈਗੀ ਦਸ਼ਮਲਵ ਤੋਂ ਬਾਅਦ 1 ਦੇ ਉੱਪਰ ਹੈ ਨਹੀਂ, ਉਹਦੀ ਲਗਾਉਣੀ ਹੈ 0। ਇਹ ਸਾਡਾ ਆਨਸਰ ਬਣੂਗਾ। ਜਦੋਂ ਇਹਨੂੰ ਅਸੀਂ ਸੋਲਵ ਕਰਾਂਗੇ ਸਾਡਾ ਕੀ ਆਊਗਾ, ਆਨਸਰ ਆਊਗਾ। ਹੁਣ ਸਾਡਾ ਜਿਹੜਾ ਕੁਐਸਚਨ ਸੀ ਆਪਾਂ ਉਸ ਤੇ ਚੱਲਦੇ ਹਾਂ। ਕੁਐਸਚਨ ਸਾਡਾ ਸੀਗਾ 0.001, ਇੱਥੇ 3 ਅੰਕਾਂ ਦੇ ਉੱਪਰ ਬਾਰ ਹੈ। ਪਹਿਲਾਂ ਜਿਹੜੀ ਸੰਖਿਆ ਸੀ ਉਹ ਲਿਖੀ, ਸੰਖਿਆ ਕੀ ਸਾਡੀ 1, ਬਿਨਾਂ ਦਸ਼ਮਲਵ ਤੇ ਬਿਨਾਂ ਬਾਰ ਤੋਂ ਕਿਹੜੀ ਸੰਖਿਆ ਹੈ 1 ਹੈ। ਉਸ ਦੇ ਵਿੱਚੋਂ ਮਾਈਨਸ ਕਰਾਂਗੇ ਅਸੀਂ ਬਾਰ ਤੋਂ ਪਹਿਲਾਂ ਸੰਖਿਆ ਕੀ ਹੈ 0 ਔਰ ਬਟੇ ਕੀ ਲੱਗੂਗਾ, ਮੈਂ ਤੁਹਾਨੂੰ ਕਿਹਾ ਸੀ ਜਿੰਨੇ ਅੰਕਾਂ ਦੇ ਉੱਪਰ ਬਾਰ ਹੈ ਦਸ਼ਮਲਵ ਤੋਂ ਬਾਅਦ ਉਹਨਾਂ ਦਾ 9 ਲਗਾਉਣਾ, ਇੱਥੇ 9 ਲੱਗਣਾ, ਇਹਨਾਂ ਦਾ ਤਿੰਨਾਂ ਦਾ ਕੀ ਲੱਗਣਾ 9 ਔਰ 0 ਨਹੀਂ ਲੱਗੂਗੀ। ਕਿਉਂ? ਕਿਉਂਕਿ ਕੋਈ ਵੀ ਦਸ਼ਮਲਵ ਤੋਂ ਬਾਅਦ ਜਿਹੜਾ ਅੰਕ ਹੈ ਉਹ ਬਿਨਾਂ ਬਾਰ ਤੋਂ ਹੈ ਹੀ ਨਹੀਂ। ਜੇ ਇਹੀ ਕੁਐਸਚਨ ਮੰਨ ਕੇ ਚਲੋ ਬੇਟਾ ਇਸ ਤਰੀਕੇ ਨਾਲ ਹੁੰਦਾ 0.001, ਇਸ ਤਰੀਕੇ ਨਾਲ ਹੁੰਦਾ, 2 ਤੇ ਬਾਰ ਹੁੰਦੀ 1 ਤੇ ਬਾਰ ਨਹੀਂ ਹੁੰਦਾ, ਫਿਰ ਸਾਡਾ ਆਨਸਰ ਕੀ ਹੋਣਾ ਸੀ। ਹੁਣ ਇੱਥੇ ਸਾਡਾ ਆਨਸਰ ਆ ਚੁੱਕਿਆ 1/999, 1/999। ਅਸੀਂ ਇਸ ਕੁਐਸਚਨ ਨੂੰ ਤਾਂ ਟਿਕ ਕਰ ਹੀ ਦਿੰਦੇ ਹਾਂ, ਲਾਸਟ ਆਪਸ਼ਨ। ਹੁਣ ਜੇ ਕੁਐਸਚਨ ਇਸ ਤਰੀਕੇ ਨਾਲ ਹੁੰਦਾ 2 ਤੇ ਬਾਰ ਹੁੰਦੀ, ਪਹਿਲਾਂ ਤਾਂ ਉਹੀ ਗੱਲ ਅਸੀਂ ਲਿਖਦੇ ਸੰਖਿਆ ਕਿੰਨੀ ਸਾਰੀ ਇਹ ਬਿਨਾਂ ਬਾਰ ਤੇ ਬਿਨਾਂ ਦਸ਼ਮਲਵ ਤੋਂ 1 ਹੈ, ਉਸ ਤੋਂ ਘਟਾਵਾਂਗੇ ਕਿ ਬਾਰ ਤੋਂ ਪਹਿਲਾਂ ਸੰਖਿਆ ਕੀ ਹੈ ਸਾਡੇ ਕੋਲ 0 ਹੀ ਹੈ 0 ਔਰ ਬਟਾ ਕੀ ਲੱਗੂਗਾ 2 ਦੇ ਉੱਪਰ ਦੇਖੋ ਦਸ਼ਮਲਵ ਤੋਂ ਬਾਅਦ ਬਾਰ ਸੀ 9 ਔਰ 1 ਦੇ ਉੱਪਰ ਬਾਰ ਨਹੀਂ ਹੈਗੀ, ਇਹਦੇ ਉੱਪਰ ਉਹਦੀ ਕੀ ਲੱਗਣੀ ਹੈ 0। ਜਿਹੜੇ ਅੰਕ ਦੇ ਉੱਪਰ ਬਾਰ ਨਹੀਂ ਹੈਗੀ ਉਹਦੀ ਕੀ ਲੱਗਣੀ ਹੁੰਦੀ ਹੈ 0, ਚਾਹੇ ਉਹ ਕਿੰਨਾ ਹੀ ਹੁੰਦਾ, ਠੀਕ ਹੈ। ਤਾਂ ਇਹ ਸਾਡਾ ਕੀ ਆਉਂਦਾ ਸੀ ਆਨਸਰ। ਤਾਂ ਇੱਕ ਦਾ ਐਗਜ਼ਾਮਪਲ ਮੈਂ ਤੁਹਾਨੂੰ ਹੋਰ ਸਮਝਾਉਣਾ, ਇਸ ਕਨਸੈਪਟ ਦਾ ਕੁਐਸਚਨ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਤਾਂ ਕਿ ਤੁਹਾਡੇ ਯਾਦ ਹੋ ਜੇ। ਮੰਨ ਲਓ ਕੁਐਸਚਨ ਸਾਡਾ ਇਹ ਹੈ ਹੁਣ 0.235, 5 ਦੇ ਉੱਪਰ ਬਾਰ ਹੈਗੀ ਹੈ, ਤਾਂ ਇਸ ਦਾ ਦਸ਼ਮਲਵ ਰੂਪ ਕੀ ਹੋਊ, ਪਹਿਲਾਂ ਅਸੀਂ ਸੰਖਿਆ ਲਿਖਾਂਗੇ 235 ਮਾਈਨਸ ਕਰਾਂਗੇ 23, ਬਾਰ ਤੋਂ ਪਹਿਲਾਂ ਸੰਖਿਆ, ਪਹਿਲਾਂ ਬਿਨਾਂ ਬਾਰ ਤੋਂ ਸਾਰੀ ਸੰਖਿਆ ਲਿਖਣੀ ਹੈ, ਮਾਈਨਸ ਬਾਰ ਤੋਂ ਪਹਿਲਾਂ ਵਾਲੀ ਸੰਖਿਆ ਲਿਖਣੀ ਹੈ, ਬਟਾ ਕੀ ਕਰਨਾ ਹੈਗਾ। ਹੁਣ ਦੇਖੋ ਕਿੰਨਿਆਂ ਦੇ ਉੱਪਰ ਬਾਰ ਹੈ 1 ਦੇ ਉੱਪਰ, ਉਹਦਾ ਲੱਗੂਗਾ 9, ਕਿੰਨਿਆਂ ਦੇ ਉੱਪਰ ਬਾਰ ਨਹੀਂ ਹੈਗੀ 2 ਦੇ ਉੱਪਰ, ਉਹਨਾਂ ਦੀ ਕੀ ਲੱਗਣੀ ਹੈ 2 0। ਤਾਂ ਇਹ ਸਾਡਾ ਆਨਸਰ ਆ ਜਾਊਗਾ। 5 ਤੋਂ 3 ਘਟਾਏ ਸਾਡੇ ਕੋਲ ਬਚ ਗਿਆ 2, 3 ਚੋਂ 2 ਘਟਾਇਆ 1 ਔਰ 212/900 ਇਹਨੂੰ ਕੈਂਸਲ ਕਰ ਦਿਓ, ਜਿਹੜੇ ਕੈਂਸਲ ਹੁੰਦੇ ਅੱਗੇ ਤਾਂ ਉਹ ਸਾਡਾ ਆਨਸਰ ਬਣ ਜਾਊਗਾ। ਤਾਂ ਇਹ ਸਾਡਾ ਕਨਸੈਪਟ ਹੈ ਜਿਹੜੇ ਨੂੰ ਅਸੀਂ ਯੂਜ਼ ਕਰਦੇ ਹਾਂ। ਚਲੋ ਇਹ ਕੁਐਸਚਨ ਸਾਡਾ ਸੋਲਵ ਹੋ ਗਿਆ, ਅੱਗੇ ਚੱਲਦੇ ਨੈਕਸਟ ਕੁਐਸਚਨ। ਇਹ ਅੱਜ ਦਾ ਆਪਣਾ ਲਾਸਟ ਕੁਐਸਚਨ ਹੈ ਕਿਉਂਕਿ ਇੰਨੀ ਵੀਡੀਓ ਬਹੁਤ ਲੈਂਥੀ ਹੋ ਜੂਗੀ, ਤਾਂ ਆਪਾਂ ਜਿਹੜੇ ਬਾਕੀ ਕੁਐਸਚਨ ਨੇ ਉਹ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਇਸੇ ਪੇਪਰ ਦੇ ਆਪਾਂ 2 ਪਾਰਟ ਦੇ ਵਿੱਚ ਵੀਡੀਓ ਨੂੰ ਕੰਪਲੀਟ ਕਰਾਂਗੇ ਤਾਂ ਕਿ ਸਾਰੇ ਕੁਐਸਚਨ ਵਧੀਆ ਤਰੀਕੇ ਨਾਲ ਸਮਝ ਆ ਜਾਣ। ਅੱਗੇ ਹੈ 3 ਘਾਤੀ 2 ਪਦੀ ਕਿਹੜੀ ਹੈ। ਪਹਿਲੀ ਗੱਲ ਘਾਤ 3 ਹੋਣੀ ਚਾਹੀਦੀ ਹੈ, ਪਦ ਕਿੰਨੇ ਹੋਣੇ ਚਾਹੀਦੇ ਉਸ 'ਚ 2। 3 ਘਾਤੀ 2 ਪਦੀ, ਇਹਦੇ ਵਿੱਚ ਦੇਖੋ ਘਾਤ ਪਹਿਲੇ 'ਚ 3 ਸੀ ਪਰ ਪਦ ਕਿੰਨੇ 4 ਹੈ, ਪਹਿਲਾ ਦੂਸਰਾ ਤੀਸਰਾ ਚੌਥਾ, ਇਹ ਸਾਡਾ ਆਨਸਰ ਨਹੀਂ ਹੈਗਾ। ਇਹਦੇ ਵਿੱਚ ਘਾਤ 3 ਹੈਗੀ ਹੈ, ਪਦ ਕਿੰਨੇ 3 ਹੈ, ਇਹ ਵੀ ਸਾਡਾ ਆਨਸਰ ਨਹੀਂ ਹੈਗਾ। ਇਹਦੇ 'ਚ ਘਾਤ 3 ਹੈਗੀ ਹੈ, ਪਦ ਇੱਕੋ ਹੀ ਹੈ, ਇਹ ਵੀ ਨਹੀਂ ਹੈਗਾ। ਤਾਂ ਆਹ ਸਾਡਾ ਆਨਸਰ ਹੈਗਾ। ਇਹ ਦੇਖੋ ਘਾਤ ਵੀ 3 ਹੈਗੀ ਹੈ, x ਦੀ ਵੱਡੀ ਤੋਂ ਵੱਡੀ, ਔਰ 2 ਪਦ ਵੀ ਹੈਗੇ ਆ, ਤਾਂ ਇਹ ਸਾਡਾ ਕੀ ਹੈ ਰਾਈਟ ਆਨਸਰ ਹੈ। ਤਾਂ ਉਮੀਦ ਕਰਦੇ ਹਾਂ ਬੇਟਾ ਅੱਜ ਦੀ ਜਿਹੜੀ ਕਲਾਸ ਹੈ, ਅੱਜ ਦੀ ਜਿਹੜੀ ਤੁਹਾਨੂੰ ਕੁਐਸਚਨ ਕਰਵਾਏ ਗਏ ਸਮਝ ਆਏ ਹੋਣਗੇ। ਤਾਂ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ, ਜਿਹੜਾ ਇਹਦਾ ਕੁਐਸਚਨ 'ਚ ਬਾਕੀ ਬਚ ਗਏ ਨੈਕਸਟ ਪਾਰਟ ਦੇ ਵਿੱਚ ਆਪਾਂ ਸਾਰੇ ਕੁਐਸਚਨ ਨੂੰ ਸੋਲਵ ਕਰਾਂਗੇ ਇਸ ਪੇਪਰ ਦੇ। ਔਰ ਲਗਭਗ ਜਿੰਨੇ ਵੀ ਕੁਐਸਚਨ ਨੇ ਉਹਨਾਂ ਨੂੰ ਆਪਾਂ ਜਿੰਨੇ ਚੈਪਟਰ ਆਪਣੇ ਕੋਲੇ ਪੇਪਰ ਦਿੱਤੇ ਹੋਏ ਹੈਗੇ ਬੁੱਕ ਦੇ ਵਿੱਚ, ਸਾਰੇ ਪੇਪਰਾਂ ਦੀ ਆਪਾਂ ਲਗਭਗ 2-2 ਵੀਡੀਓ ਜ਼ਰੂਰ ਬਣਾਵਾਂਗੇ ਤਾਂ ਕਿ ਸਾਰੇ ਕੁਐਸਚਨ ਨੂੰ ਆਪਾਂ ਕੰਪਲੀਟ ਡਿਸਕਸ ਕਰੀਏ, ਤਾਂ ਕਿ ਐ ਨਾ ਹੋਵੇ ਵੀ ਕੋਈ ਸਾਡਾ ਕਨਸੈਪਟ ਹੈ ਜਿਹੜਾ ਉਹ ਮਿਸ ਹੋ ਜੇ। ਧੰਨਵਾਦ।